ਸਾਡੇ ਦੇਸ਼ ਦੀ ਮੰਦਭਾਗੀ ਹਾਲਤ ਦੇਖੋ ਵੀ ਸਾਡੇ ਜਿਹੜੇ ਮੰਤਰੀ ਨੇ ਉਹ ਬੈਠ ਕੇ ਚਾਈਨਾ ਨੂੰ ਦਬਕੇ ਮਾਰੀ ਜਾਂਦੇ ਆ ਵੀ ਰਫੇਲ ਆ ਗਿਆ, ਤੁਹਾਨੂੰ ਚੱਕ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਨਰਮੇ ਦੀ ਸੁੰਡੀ ਇਹਨਾਂ ਤੋਂ ਅੱਜ ਤੱਕ ਨਹੀਂ ਮਰੀ। ਇੰਟਰਵਿਊ ਚੱਲ ਰਹੀ ਆ ਤੇ ਮੈਂ ਉਹਨਾਂ ਦੀ ਗੱਲ ਸੁਣ ਰਿਹਾ ਸੀ ਤੇ ਉਹ ਗੱਲ ਕਰ ਰਿਹਾ ਜੀ ਅਸੀਂ ਤਾਂ ਖੇਤਾਂ ਨੂੰ ਅੱਗ ਲਾਵਾਂਗੇ ਜੀ, ਸਾਡੇ ਕੋਲ ਤਾਂ ਹੱਲ ਹੈ ਨਹੀਂ। ਜ਼ਿਮੀਂਦਾਰ ਕੀ ਕਰੇ ਜੀ? ਜ਼ਿਮੀਂਦਾਰ ਕੋਲੇ ਹੱਲ ਹੈ ਨਹੀਂ, ਇਸ ਤਾਂ ਖੇਤਾਂ ਨੂੰ ਅੱਗ ਲਾਵਾਂਗੇ, ਸਾਡੇ ਤੋਂ ਨਹੀਂ ਚੱਲਦੇ ਹੈਪੀ ਸੀਡਰ ਇਹ ਵੋ। ਖੇਤੀਬਾੜੀ ਮਹਿਕਮੇ ਨੇ ਪੈਸੇ ਖਾ ਲਏ ਜੀ, ਸਬਸਿਡੀਆਂ ਆਈਆਂ, ਇਹਨਾਂ ਨੇ ਹੇਰ ਫੇਰ ਕੀਤੀ ਜੀ ਬੰਦੇ ਨੂੰ। ਸਭ ਮੈਂ ਕਹਿੰਦਾ ਉਹ ਸਾਰੀਆਂ ਗੱਲਾਂ ਠੀਕ ਨੇ, ਉਹ ਸਭ ਗੱਲਾਂ ਪੈਰਲਲ ਚੱਲ ਰਹੀਆਂ ਨੇ। ਕਿਹੜੇ ਵਰਗ ਦੇ ਵਿੱਚ ਪ੍ਰੋਬਲਮ ਨਹੀਂ? ਕਿ ਹਸਪੀਟਲਾਂ ਦੇ ਵਿੱਚ ਸਕੈਮ ਨਹੀਂ ਚੱਲਦੇ? ਕਿ ਗਵਰਨਮੈਂਟ ਦੇ ਵਿੱਚ ਸਕੈਮ ਨਹੀਂ ਚੱਲਦੇ? ਕਿੱਥੇ ਨਹੀਂ ਚੱਲਦੇ ਸਕੈਮ? ਜਿੱਥੇ ਪੈਸੇ ਦਾ ਫਲੋ ਉੱਥੇ ਸਕੈਮ ਹੋਊਗਾ ਹੀ ਹੋਊਗਾ। ਤੁਹਾਨੂੰ ਕੀ ਲੱਗਦਾ ਹੈ ਹੱਲ ਕਿਸ ਤਰ੍ਹਾਂ ਨਿਕਲੇ? ਜੇ ਕਿਤੇ ਇਹ ਸਾਰੇ ਜ਼ਿਮੀਂਦਾਰ ਆਪਦੇ ਘਰਾਂ 'ਚ ਆਪਦੀ ਜੀਰੀ ਸਟੋਰ ਕਰ ਲੈਣ, ਕੀ ਤਾਕਤ ਆ ਸਰਕਾਰ ਦੀ ਵੀ ਸਰਕਾਰ ਇਹਨਾਂ ਤੋਂ ਉੱਤੇ ਦੀ ਹੋ ਜੇ। ਦੇਖੋ ਏਕੇ ਬਿਨ ਇਨਕਲਾਬ ਕਦੇ ਨਹੀਂ ਆਉਂਦਾ। ਅੱਜ ਜੇ ਆਪਾਂ 1929 ਦੀ ਗੱਲ ਕਰ ਰਹੇ ਹਾਂ, ਬ੍ਰਿਟਿਸ਼ ਰੂਲ, ਮੈਂ ਕਹੂੰਗਾ ਕਿਤੇ ਨਾ ਕਿਤੇ ਜੇ ਅੱਜ ਵਾਲੀ ਲੁੱਟ ਦੇਖਦੇ ਆ ਤਾਂ ਐਂ ਲੱਗਦਾ ਵੀ ਯਾਰ ਅੱਜ ਵਾਲੇ ਤਾਂ ਇਕੱਲੇ ਲੁੱਟੀ ਹੋ ਜਾਂਦੇ ਨੇ, ਵੀ ਉਹ ਚੱਲਦੇ ਲੁੱਟਦੇ ਸੀ, ਉਹ ਆਪਾਂ ਨੂੰ ਰੇਲਾਂ ਉਹੀ ਦੇ ਗਏ। ਆਪਣੇ ਵਾਲਿਆਂ ਤੋਂ ਅੱਜ ਤੱਕ ਕਿਸੇ ਪਹਾੜਾਂ 'ਚ ਰੇਲ ਨਹੀਂ ਚੜ੍ਹੀ, ਉਹ ਸ਼ਿਮਲੇ ਚੜ੍ਹਾ ਗਏ ਸੀ, ਉਹਨਾਂ ਦੀ ਉਹ ਚੜ੍ਹਾਈ ਹੋਈ ਆ। ਜ਼ਰੂਰ ਆ ਉਹਨਾਂ ਨੇ ਲੁੱਟਿਆ ਵੀ ਆਪਾਂ ਨੂੰ, ਲੇਕਿਨ ਉਹ ਤਰੱਕੀ ਦੇ ਗਏ। ਉਹ ਜਿਵੇਂ ਭਗਤ ਸਿੰਘ ਕਹਿੰਦਾ ਸੀ ਵੀ ਗੋਰੇ ਜਾਣਗੇ ਭੂਰੇ ਆਉਣਗੇ, ਗੱਲ ਸੱਚੀ ਭਗਤ ਸਿੰਘ ਕਹਿ ਗਿਆ, ਉਹੀ ਹਾਲ ਹੋਇਆ। ਜਿਹੜੇ ਬੰਦੇ ਦੀ ਤਕੜੀ ਕੋਠੀ ਆ, 50 ਲੱਖ ਵਾਲੀ ਗੱਡੀ 'ਚੋਂ ਬਹਿ ਕੇ ਜਾਂਦਾ, ਉਹ ਲੋਕਾਂ ਕੋਲੇ ਜ਼ਿਕਰ ਵੀ ਨਹੀਂ ਕਰਦਾ ਅਸਲ ਦੇ ਵਿੱਚ ਵੀ ਮੇਰਾ ਉਹ ਮਤਲਬ ਜਿਹੜੀ ਮੇਰੀ ਰਿਐਲਿਟੀ ਆ, ਉਹ ਲੋਕਾਂ ਕੋਲੇ ਫਿਰ ਆਪਦਾ ਗੋਤ ਵੀ ਬਦਲ ਲੈਂਦੇ ਹੁੰਦੇ ਆ, ਹੈ ਨਾ, ਉਸ ਤੋਂ ਵੀ ਭੱਜਦੇ ਆ। ਲੇਕਿਨ ਉਹ ਲਾਹਾ ਲੈਣ ਦੀ ਗੱਲ ਜਦੋਂ ਆਉਂਦੀ ਹੈ, ਉੱਥੇ ਉਹ ਆਪਦਾ ਕੋਟਾ ਬ੍ਰੈਕਟਾਂ 'ਚ ਪਾ ਕੇ ਉਹਨਾਂ ਨੇ ਦਾਖਲੇ ਵੀ ਚੰਗੀ ਜਗ੍ਹਾ ਲੈ ਲੈਣੇ ਨੇ, ਉਹਨਾਂ ਨੇ ਅਫਸਰ ਵੀ ਲੱਗ ਜਾਣਾ, ਤੇ ਗਾਹਾਂ ਉਹਨਾਂ ਦੇ ਜਵਾਕਾਂ ਨੇ ਵੀ ਉਸ ਚੀਜ਼ ਦਾ ਲਾਹਾ ਲੈਣਾ। ਜ਼ਿੰਦਗੀ ਨੂੰ ਇੰਨਾ ਕਿੱਚੜ ਪਾ ਦਿੰਦੇ ਨੇ, ਇੰਨਾ ਖਿਲਾਰ ਦਿੰਦੇ ਨੇ, ਲੀਰੋ ਲੀਰ ਕਰ ਦਿੰਦੇ ਨੇ ਬੰਦੇ ਨੂੰ, ਵੀ ਉਹਨਾਂ ਨੂੰ ਆਪਦੀ TRP ਚਾਹੀਦੀ ਆ, ਮੁੱਦਿਆਂ ਤੇ ਗੱਲ ਕੋਈ ਨਹੀਂ ਕਰਦਾ। ਰਿਆ ਚੱਕਰਵਰਤੀ ਜਿਹਨੂੰ ਕੋਈ ਸ਼ਾਇਦ ਜਾਣਦਾ ਵੀ ਨਹੀਂ ਹੋਣਾ, ਤੇ ਜਿਹੜਾ ਕਿਸਾਨ ਹੈ, ਜਿਹੜਾ ਅੰਨਦਾਤਾ ਹੈ, ਜਿਹਦੇ ਕਰਕੇ ਅੱਜ ਅਸੀਂ ਰੋਟੀ ਖਾ ਰਹੇ ਹਾਂ। ਬਹੁਤ ਸਾਰੇ ਲੋਕ ਕਮੈਂਟਸ ਵਿੱਚ ਸ਼ਾਇਦ ਤੁਹਾਨੂੰ ਵੀ ਕਹਿਣਗੇ ਕਿ ਇਹਦਾ ਦਿਮਾਗ ਖਰਾਬ ਸੀ, ਇੰਨੀ ਵਧੀਆ ਜ਼ਿੰਦਗੀ ਛੱਡ ਕੇ ਆ ਗਿਆ, ਹੁਣ ਮਿੱਟੀ ਦੇ ਨਾਲ ਮਿੱਟੀ ਹੋ ਰਿਹਾ ਹੈ, ਸਰਕਾਰਾਂ ਦੀਆਂ ਨੀਤੀਆਂ ਦਾ ਇਹਨੂੰ ਪਤਾ ਹੈ, ਮਿਲਣਾ ਇੱਥੇ ਵੀ ਕੁਝ ਨਹੀਂ ਹੈ। ਕਈ ਵਾਰੀ ਹੁੰਦਾ ਆਪਾਂ ਕੋਈ ਟਰਾਇਲ ਲਾਇਆ, ਆਪਾਂ ਫੇਲ ਹੋ ਗਏ, ਨਹੀਂ ਕਾਮਯਾਬ ਹੋਇਆ, ਪਿੰਡ ਵਾਲੇ ਮਜ਼ਾਕ ਕਰਦੇ, ਹਾਂ ਫਿਰ ਯੂਨੀਵਰਸਿਟੀ ਹੋ ਗਿਆ ਫੇਲ, ਸਾਨੂੰ ਦਿੰਦਾ ਸੀ ਮੱਤਾਂ। ਮੈਨੂੰ ਉਹਦੇ 'ਚੋਂ ਵੀ ਕੁਛ ਨਾ ਕੁਛ ਗਿਆਨ ਮਿਲ ਗਿਆ, ਮੈਨੂੰ ਉਹ 'ਚੋਂ ਵੀ ਮਿਲ ਗਿਆ ਯਾਰ ਇੱਥੇ ਮੈਂ ਆਹ ਗਲਤੀ ਕੀਤੀ ਸੀ, ਅਗਲੀ ਵਾਰ ਮੈਂ ਨਹੀਂ ਕਰਨੀ, ਅਗਲੀ ਵਾਰ ਮੈਂ ਉਹ ਗਲਤੀ ਨਹੀਂ ਕੀਤੀ। ਅਗਲੀ ਵਾਰ ਜਦੋਂ ਝਾੜ ਮੇਰਾ ਵੱਧ ਨਿਕਲਿਆ, ਜਿਹੜੇ ਮੈਨੂੰ ਯੂਨੀਵਰਸਿਟੀ ਕਹਿ ਕੇ ਲੰਘਦੇ ਸੀ, ਉਹ ਸੰਗ ਦੇ ਕੋਲ ਵੀ ਨਹੀਂ ਆਏ ਵੀ ਯਾਰ ਇਹਨੂੰ ਜਵਾਬ ਦੇਣਾ ਪੈਣਾ ਵੀ ਅਸੀਂ 30 ਕੁਇੰਟਲ ਕੱਢਿਆ, ਇਹਨੇ 40 ਕੁਇੰਟਲ ਕੱਢ ਲਿਆ। ਜੇਕਰ ਕਿਸਾਨ ਨਾ ਰਿਹਾ ਤਾਂ ਕਿਸੇ ਨੇ ਨਹੀਂ ਰਹਿਣਾ। ਸਾਡੇ ਦੇਸ਼ ਦੇ ਬਹੁਤ ਸਾਰੇ ਕਾਰੋਬਾਰ ਕਿਸਾਨੀ ਦੇ ਸਿਰ ਤੇ ਚੱਲਦੇ ਨੇ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਉਹ ਉਹਨਾਂ ਤੋਂ ਰੋਟੀ ਵੀ ਖੋ ਰਿਹਾ। ਵੱਡੇ ਸਵਾਲ ਕਿਸਾਨੀ ਤੇ ਵੀ ਖੜੇ ਹੁੰਦੇ ਨੇ। ਸ਼ਾਇਦ ਅਸੀਂ ਦੋਗਲੇ ਹੋ ਰਹੇ ਹਾਂ। ਇੱਕ ਪਾਸੇ ਅਸੀਂ ਸ਼ੁਕਰਾਨਾ ਕਰਦੇ ਹਾਂ ਜ਼ਿਮੀਂਦਾਰਾਂ ਦਾ, ਜਿਨ੍ਹਾਂ ਕਰਕੇ ਅੱਜ ਅਸੀਂ ਰੱਜ ਕੇ ਰੋਟੀ ਖਾਂਦੇ ਹਾਂ, ਸਾਡੀ ਰਸੋਈ ਦੇ ਵਿੱਚ ਅੰਨ ਪਿਆ ਹੁੰਦਾ ਹੈ। ਦੂਜੇ ਪਾਸੇ ਅਸੀਂ ਨਾਸ਼ੁਕਰੇ ਹੋ ਜਾਂਦੇ ਹਾਂ ਉਦੋਂ ਜਦੋਂ ਪਤਾ ਲੱਗਦਾ ਹੈ ਕਿ ਸਬਜ਼ੀਆਂ ਦੇ ਵਿੱਚ, ਫਲਾਂ ਦੇ ਵਿੱਚ ਟੀਕੇ ਲੱਗੇ ਹੋਏ ਨੇ। ਸਾਨੂੰ ਚੀਜ਼ ਜਿਹੜੀ ਹੈ, ਸਾਡੇ ਤੱਕ ਫਲ, ਸਬਜ਼ੀ ਜਾਂ ਕਣਕ ਸਹੀ ਨਹੀਂ ਪਹੁੰਚ ਰਹੀ, ਉਦੋਂ ਅਸੀਂ ਨਾਸ਼ੁਕਰੇ ਹੋ ਜਾਂਦੇ ਹਾਂ। ਅਸੀਂ ਦੋਗਲੇ ਹੋ ਰਹੇ ਹਾਂ ਜਾਂ ਅਸੀਂ ਸੱਚੇ ਹਾਂ, ਇਹ ਅੱਜ ਇੱਕ ਕਿਸਾਨ ਤੋਂ ਹੀ ਜਾਣ ਲੈਂਦੇ ਹਾਂ। ਉਹ ਕਿਸਾਨ ਜਿਹੜਾ ਵੇਗਸ ਦੀਆਂ ਪਾਰਟੀਆਂ ਛੱਡ ਕੇ, ਜਿਸ ਨੂੰ ਇਹ ਅਹਿਸਾਸ ਬੜੀ ਜਲਦੀ ਹੋ ਗਿਆ, ਸਮੇਂ ਤੇ ਹੋ ਗਿਆ ਕਿ ਪਹਿਲਾ ਧਰਮ ਕਿਸਾਨੀ ਹੀ ਹੈ। ਤਾਂ ਇਸ ਵੇਲੇ ਮੇਰੇ ਨਾਲ ਨੌਜਵਾਨ ਕਿਸਾਨ ਅਮਰਿੰਦਰ ਸਿੰਘ ਮੌਜੂਦ ਨੇ, ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਫਾਰਮ ਤੇ ਆਇਆਂ ਦਾ। ਤੇ ਸੋਚ ਲਓ ਇਹ ਕੁਛ ਤਾਂ ਦਰਖਤਾਂ ਦੇ ਬਾਰੇ 'ਚ, ਉੱਡਦੇ ਜੋ ਪੰਛੀ ਕਿੱਥੇ ਮੁੜਦੇ ਚੁਬਾਰੇ 'ਚ, ਸਾਹ ਕਿੱਥੋਂ ਲੈਣੇ ਨੇ ਤੇ ਪਾਣੀ ਵੀ ਤਾਂ ਹੋਣਾ ਨਹੀਂ, ਭੁੱਲਣਾ ਨਹੀਂ ਪਾਪ ਉਦੋਂ ਕਰ ਕੁਛ ਹੋਣਾ ਨਹੀਂ, ਲੰਘਿਆ ਉਹ ਵੇਲਾ ਹੱਥ ਮੁੜੇ ਆਉਂਦਾ ਨਹੀਂ, ਉੱਡੀ ਜਾਂਦੇ ਗੱਭਰੂ ਨੇ ਬਾਹਰ ਨੂੰ ਪੰਜਾਬ ਦੇ, ਧੀਆਂ ਦੇ ਉਹ ਦਰਦ ਨੂੰ ਕਾਹਤੋਂ ਨਹੀਂ ਵਿਚਾਰਦੇ। ਇਦੋਂ ਪਹਿਲਾਂ ਗੱਲ ਕਰਾਂ ਵਤਨ ਜਹਾਨ ਦੀ, ਦੇਸਾਂ ਵਿੱਚੋਂ ਦੇਸ ਮੇਰੇ ਸੋਹਣੇ ਹਿੰਦੁਸਤਾਨ ਦੀ, ਬੰਨ ਸਬੰਨੇ ਫੁੱਲਾਂ ਦਾ ਇੱਕ ਖੂਬਸੂਰਤ ਗੁਲਦਸਤਾ ਏ, ਸਾਡੀ ਝੋਲੀ ਪਾ ਗਏ ਜੋ ਬੰਦੇ ਉਹ ਮਹਾਨ ਸੀ, ਕਿਹਦਾ ਮੈਂ ਜ਼ਿਕਰ ਕਰਾਂ, ਸਭ ਇੱਕ ਤੋਂ ਇੱਕ ਮਹਾਨ ਸੀ। 19 ਸਾਲਾਂ ਦਾ ਗੱਭਰੂ ਜੋਸ਼ ਦੇਸ਼ 'ਚ ਜਗਾ ਗਿਆ, ਕਰਤਾਰ ਸਿੰਘ ਸਰਾਭਾ ਭਗਤੇ ਨੂੰ ਭਗਤ ਸਿੰਘ ਬਣਾ ਗਿਆ। ਅਵੱਲੀ ਜਹੀ ਸੋਚ ਦਾ ਉਹ ਸੁਨੱਖਾ ਨੌਜਵਾਨ ਸੀ, ਦਬਕੇ ਨਹੀਂ ਅਸੀਂ ਰਹਿਣਾ ਇੱਕੋ ਸਦਾ ਬਿਆਨ ਸੀ। ਆਜ਼ਾਦੀ ਸਾਡਾ ਪੈਦਾਇਸ਼ੀ ਹੱਕ ਏ ਸਾਡਾ ਹਿੰਦੁਸਤਾਨ ਜੀ, ਜਿਹਦੀ ਆਜ਼ਾਦੀ ਦਾ ਸਵੇਰਾ ਉਹ ਸੂਰਵੀਰ ਨਾ ਦੇਖ ਪਾਏ, ਜਿਨ੍ਹਾਂ ਪਾਉਣ ਲਈ ਆਜ਼ਾਦੀ ਲੱਖਾਂ ਫਾਂਸੀਆਂ ਦੇ ਰੱਸੇ ਪਾਏ। ਸਾਂਭ ਵੀ ਨਾ ਸਕੇ ਅਸੀਂ ਉਹਨਾਂ ਦੇ ਵਿਚਾਰਾਂ ਨੂੰ, ਕਿੱਥੋਂ ਲੇਖਾ ਦੇਣਾ ਉਹਨਾਂ ਮਹਾਨ ਕਿਰਦਾਰਾਂ ਨੂੰ।
ਸੋ ਇਹਨਾਂ ਸ਼ਬਦਾਂ ਦੇ ਨਾਲ ਸ਼ੁਰੂਆਤ ਕਰਦਾ। ਮੈਂ ਸਭ ਤੋਂ ਪਹਿਲਾਂ ਤਾਂ ਕਹਿੰਦਾ ਕਿ ਜਿਹੜੀ ਗੱਲ ਤੁਸੀਂ ਕਹੀ ਕਿ ਵੇਗਸ ਛੱਡ ਕੇ ਆਇਆ, ਸਾਡੇ ਤਾਂ ਪੰਜਾਬੀ ਆਪਦੀਆਂ ਜਾਨਾਂ ਕੁਰਬਾਨ ਕਰ ਗਏ ਆਪਣੇ ਦੇਸ਼ ਦੇ ਉੱਤੇ ਦੀ। ਮੈਂ ਜ਼ਰੂਰ ਉੱਥੇ ਗਿਆ ਸੀ ਦੇਖਣ ਲਈ, ਸਿੱਖਣ ਲਈ ਦੁਨੀਆਦਾਰੀ ਕੀ ਆ। ਇੱਕ ਤੁਸੀਂ ਦੂਜਾ ਵਰਗ ਦੇਖਦੇ ਹੋ, ਤੁਹਾਨੂੰ ਐਕਸਪੋਜ਼ਰ ਮਿਲਦਾ, ਸਿੱਖਣ ਨੂੰ ਮਿਲਦਾ, ਲੇਕਿਨ ਮੁੜ ਤੋੜ ਕੇ ਕਿਤੇ ਨਾ ਕਿਤੇ ਆ ਕੇ ਮੱਕੇ ਮਦੀਨੇ ਵਾਲੀ ਗੱਲ ਹੋ ਜਾਂਦੀ ਹੈ ਵੀ ਸਾਥ ਜਿਹੜੀ ਰੂਹ ਦੀ ਖੁਸ਼ੀ ਆ ਉਹ ਤੁਹਾਨੂੰ ਆਪਣੇ ਖੇਤਾਂ 'ਚ ਆ ਕੇ ਮਿਲਦੀ ਆ, ਆਪਦੀ ਮਿੱਟੀ 'ਚ ਆ ਕੇ ਮਿਲਦੀ ਆ, ਹੋਰ ਕਿਤੇ ਨਹੀਂ ਮਿਲਦੀ। ਇਸ ਆਸ਼ਿਕ ਨੂੰ ਕਦੋਂ ਇਹ ਅਹਿਸਾਸ ਹੋਇਆ ਸੀ ਕਿ ਮੇਰਾ ਪਹਿਲਾ ਪਿਆਰ ਖੇਤ ਨੇ? ਦੇਖੋ ਖੇਤਾਂ ਮੈਂ ਸ਼ੁਰੂ ਤੋਂ ਸ਼ਹਿਰ 'ਚ ਪਲਿਆ, ਲੁਧਿਆਣੇ ਮੈਂ ਪੈਦਾ ਹੋਇਆ, ਲੁਧਿਆਣੇ ਦੀ ਹੀ ਮੇਰੀ ਸਕੂਲਿੰਗ ਰਹੀ। ਉਦੋਂ ਬਾਅਦ ਵੀ ਜਿਵੇਂ ਜਿਵੇਂ ਸਕੂਲਿੰਗ ਦਾ ਦੌਰ ਹੋਇਆ ਮਸੂਰੀ ਵੀ ਪੜ੍ਹਿਆ, ਫਿਰ ਵਾਪਸ ਆ ਗਿਆ, ਮਤਲਬ ਚੱਲਦਾ ਰਿਹਾ ਦੌਰ। ਹਮੇਸ਼ਾ ਪਿੰਡ ਤੋਂ ਦੂਰ ਰਿਹਾ, ਲੇਕਿਨ ਜਿੰਨਾ ਵੀ ਸਾਡੇ ਕੋਲੇ ਟਾਈਮ ਹੁੰਦਾ ਸੀ, ਕਹਿ ਲਓ ਛੁੱਟੀਆਂ ਦਾ ਕਹਿ ਲਓ, ਵੀਕਐਂਡ ਦਾ ਕਹਿ ਲਓ, ਸਾਡੇ ਲਈ ਇੱਕੋ ਹੀ ਹੁੰਦਾ ਸੀ ਵੀ ਯਾਰ ਪਿੰਡ ਜਾਣਾ। ਜਦੋਂ ਸਕੂਲ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਇਕੱਠੇ ਹੁੰਦੇ ਸੀ, ਆਮ ਯਾਰ ਦੋਸਤ ਹੁੰਦੇ ਸੀ ਜਿਹੜੇ, ਉਹ ਕੋਈ ਕਹਿੰਦਾ ਸੀ ਯਾਰ ਮੈਂ ਮਨਾਲੀ ਜਾ ਕੇ ਆਇਆ, ਕੋਈ ਕਹਿੰਦਾ ਮੈਂ ਸ਼ਿਮਲੇ ਜਾ ਕੇ ਆਇਆ, ਕੋਈ ਕਹਿੰਦਾ ਸੀ ਮੈਂ ਕੈਨੇਡਾ ਜਾ ਕੇ ਆਇਆ। ਸਾਡੇ ਕੋਲ ਇੱਕ ਗੱਲ ਹੁੰਦੀ ਸੀ ਵੀ ਯਾਰ 70 ਕਿਲੋਮੀਟਰ ਤਾਂ ਸਾਡਾ ਪਿੰਡ ਆ, ਅਸੀਂ ਤਾਂ ਪਿੰਡ ਹੀ ਜਾ ਕੇ ਆਏ ਆ। ਤੇ ਉਦੋਂ ਕਿਤੇ ਨਾ ਕਿਤੇ ਲੱਗਦਾ ਸੀ ਯਾਰ ਵੀ ਮੈਂ ਕਿਤੇ ਇਹਨਾਂ ਤੋਂ ਪਿੱਛੇ ਤਾਂ ਨਹੀਂ ਰਹਿ ਰਿਹਾ, ਕਿਤੇ ਆਏ ਤਾਂ ਨਹੀਂ। ਲੇਕਿਨ ਉਹ ਜਿਹੜੀ ਆਸ਼ਕੀ ਸੀ ਕਿਤੇ ਨਾ ਕਿਤੇ ਉੱਥੋਂ ਸ਼ੁਰੂ ਹੋਈ। ਉਹ ਖੇਤਾਂ ਨਾਲ ਪਿਆਰ ਉਦੋਂ ਤੋਂ ਹੋਇਆ। ਤੇ ਸ਼ੁਰੂ ਤੋਂ ਮੈਂ ਜਦੋਂ ਆਪਣੇ ਫਾਦਰ ਨੂੰ ਦੇਖਿਆ, ਛੋਟੇ ਹੁੰਦੇ ਤੋਂ ਦੇਖਿਆ, ਮੈਂ ਉਹਨਾਂ ਦਾ ਵਿਰੋਧ ਹੁੰਦਾ ਵੀ ਦੇਖਿਆ। ਜਦੋਂ ਉਹ ਇਨੋਵੇਟਿਵ ਖੇਤੀ ਦੀ ਕੋਈ ਗੱਲ ਕਰਦੇ ਸੀ, ਲੋਕੀ ਉਹਨਾਂ ਨੂੰ ਕਹਿੰਦੇ ਸੀ ਯਾਰ ਇਹ ਪਾਗਲ ਹੋ ਗਿਆ। ਤੁਸੀਂ ਸੋਚ ਕੇ ਦੇਖੋ ਦ੍ਰਿਸ਼ ਕਿਹੋ ਜਿਹਾ ਹੋਣਾ। ਅੱਜ ਸਰਕਾਰ ਜ਼ੋਰਾਂ ਲਾਉਂਦੀ ਹੈ, ਸਰਕਾਰ ਹੱਦ ਤੋਂ ਵੱਧ ਜ਼ੋਰ ਲਾਉਂਦੀ ਹੈ ਕਿ ਕਿਸਾਨ ਨੇ ਜਿਹੜੇ ਉਹ ਅੱਗ ਨਾ ਲਾਉਣ। ਪਰਾਲੀ ਦਾ ਮੁੱਦਾ ਕਿੰਨਾ ਭਖਦਾ, ਦਿੱਲੀ ਧੂੰਆਂ ਜਾਂਦਾ। ਤੁਸੀਂ ਇਹ ਸੋਚੋ ਵੀ ਇਹੋ ਜਿਹਾ ਵੀ ਕੋਈ ਕਿਸਾਨ ਹੋ ਸਕਦਾ ਜਿਹੜਾ ਸੰਨ 2000 ਦੇ ਵਿੱਚ ਉੱਠ ਕੇ ਆਪਦੇ ਪਿੰਡ 'ਚ ਕਹਿੰਦਾ ਹੋਵੇ ਯਾਰ ਖੇਤਾਂ ਨੂੰ ਅੱਗ ਕਿਉਂ ਲਾਉਣੀ ਹੈ, ਛੱਡੋ ਅੱਗ ਨਹੀਂ ਲਾਉਣੀ। ਮੇਰੇ ਫਾਦਰ ਉਹ ਬੰਦੇ ਨੇ ਜਿਨ੍ਹਾਂ ਨੇ ਸੰਨ 2000 ਦੇ ਵਿੱਚ ਖੇਤਾਂ ਦੇ ਵਿੱਚ ਅੱਗ ਲਾਉਣੀ ਬੰਦ ਕਰਤੀ ਸੀ। ਸੋ ਕਿਤੇ ਨਾ ਕਿਤੇ ਪ੍ਰੇਰਨਾ ਮੈਨੂੰ ਉਹਨਾਂ ਤੋਂ ਮਿਲੀ, ਜਦੋਂ ਦੇਖਿਆ ਕਿ ਹਾਂ ਉਹਨਾਂ ਨੇ ਇਨੋਵੇਟਿਵ ਕੰਮ ਕੀਤਾ। ਤੇ ਮੈਨੂੰ ਇਹ ਚੀਜ਼ ਬਹੁਤ ਛੋਟੀ ਉਮਰ 'ਚ ਸਮਝ ਆ ਗਈ ਸੀ ਕਿ ਤੁਸੀਂ ਦੇਖੋ ਜਦੋਂ ਉਹਨਾਂ ਨੇ ਸੰਨ 2000 ਦੇ ਵਿੱਚ ਫੈਸਲਾ ਲਿਆ ਵੀ ਮੈਂ ਖੇਤਾਂ ਨੂੰ ਅੱਗ ਨਹੀਂ ਲਾਉਣੀ, ਉਹਨਾਂ ਨੂੰ ਲੋਕਾਂ ਨੇ ਪਾਗਲ ਕਿਹਾ। ਲੇਕਿਨ ਅੱਜ 20 ਸਾਲ ਬਾਅਦ ਜਿਸ ਸਿਚੁਏਸ਼ਨ ਤੇ ਖੜੇ ਆ, ਜੇ ਲੋਕਾਂ ਨੇ ਸੰਨ 2000 ਦੇ ਵਿੱਚ ਸਾਰਿਆਂ ਨੇ ਗੱਲ ਮੰਨੀ ਹੁੰਦੀ ਜਾਂ ਸਾਰਿਆਂ ਨੇ ਇਹ ਚੀਜ਼ ਨੂੰ ਫੋਲੋ ਕੀਤਾ ਹੁੰਦਾ, ਤਾਂ ਜਿਹੜੀ ਕ੍ਰਾਈਸਿਸ ਦੇ ਵਿੱਚ ਪੰਜਾਬ ਅੱਜ ਡੁੱਬ ਰਿਹਾ, ਗਿਰ ਰਿਹਾ। ਅੱਜ ਸਾਰੇ ਜ਼ਿਮੀਂਦਾਰ ਧਰਨੇ ਲਾ ਰਹੇ ਨੇ। ਕਿਉਂ ਲਾ ਰਹੇ ਨੇ? ਕਿਉਂਕਿ ਖੇਤੀ ਆਰਡੀਨੈਂਸ ਆ ਰਹੀ ਆ। ਆਰਡੀਨੈਂਸ ਦੇ ਨਾਲ ਜ਼ਿਮੀਂਦਾਰ ਮਰ ਜੂਗਾ। ਲੇਕਿਨ ਉਹਨੂੰ ਜੇ ਧਿਆਨ ਨਾਲ ਸੋਚੀਏ ਤਾਂ ਉਹ ਆਰਡੀਨੈਂਸ ਕਿਉਂ ਲਿਆਂਦੀ ਜਾ ਰਹੀ ਆ, ਜਾਂ ਜ਼ਿਮੀਂਦਾਰ ਨੇ ਜਿਹੜੇ ਉਹ ਕਿਉਂ ਮਰ ਰਹੇ ਨੇ। ਉਹ ਮੇਰਾ ਮੰਨਣਾ ਇਹ ਆ ਵੀ ਆਪਾਂ ਕੁਦਰਤ ਨਾਲ ਘਾਣ ਕਰ ਰਹੇ ਹਾਂ ਤੇ ਕੁਦਰਤ ਆਪਾਂ ਨੂੰ ਸਜ਼ਾ ਦਿੰਦੀ ਆ। ਫਿਰ ਵੀ ਜ਼ਿਮੀਂਦਾਰ ਦਾ ਜਿਹੜਾ ਕਿੱਤਾ, ਜਿਹੜਾ ਜ਼ਿਮੀਂਦਾਰ ਦਾ ਫਰਜ਼ ਆ, ਸਾਡੇ ਮੁਲਕ 'ਚ ਉਹਨੂੰ ਉਹਦਾ ਹੱਕ ਨਹੀਂ ਮਿਲਦਾ। ਨਾ ਸਾਨੂੰ ਸਾਡੇ ਜਿਹੜੇ ਅਨਾਜ ਪੈਦਾ ਕਰਦੇ ਆ ਨਾ ਉਹਦਾ ਮੁੱਲ ਮਿਲਦਾ, ਨਾ ਸਾਨੂੰ ਆਪਣੀ ਲੇਬਰ ਤਾਂ ਅਸੀਂ ਇਨਕਲੂਡ ਹੀ ਨਹੀਂ ਕਰ ਸਕਦੇ। ਅਸੀਂ ਜਿਹੜੇ ਖੇਤਾਂ 'ਚ ਤੁਰੇ ਫਿਰਦੇ ਆਪਣੀ ਤਾਂ ਅਸੀਂ ਲੇਬਰ ਹੀ ਨਹੀਂ ਮੰਨਦੇ ਕੋਈ। ਜਿਹੜੇ ਸਾਡੇ ਖੇਤਾਂ 'ਚ ਸਾਡੇ ਸਾਂਝੀ ਵੀ ਨੇ, ਉਹਨਾਂ ਦੀ ਤੱਕ ਵੀ ਲੇਬਰ ਨਹੀਂ ਅਸੀਂ ਕੱਢ ਪਾਉਂਦੇ ਸਾਨੂੰ, ਕਿਉਂਕਿ ਮੁੱਲ ਐਸੇ ਮਿਲਦੇ ਨੇ। ਤੇ ਹੁਣ ਜੇ ਮੈਂ ਗੱਲ ਕਰਾਂ ਚੰਗੇ ਤੇ ਮਾੜੇ ਪ੍ਰੋਡਿਊਸ ਦੀ, ਮਾੜਾ ਪ੍ਰੋਡਿਊਸ ਵੀ ਉਸੇ ਮੰਡੀ 'ਚ ਵਿਕਦਾ, ਚੰਗਾ ਪ੍ਰੋਡਿਊਸ ਵੀ। ਮੈਂ ਬਿਨਾਂ ਕਿਸੇ ਕੈਮੀਕਲ ਤੋਂ, ਬਿਨਾਂ ਕਿਸੇ ਜ਼ਹਿਰਾਂ ਤੋਂ ਪ੍ਰੋਡਿਊਸ ਪੈਦਾ ਕਰ ਲਿਆ। ਮੇਰੇ ਕੋਲ 1300 ਕੁਇੰਟਲ 1400 ਕੁਇੰਟਲ ਪ੍ਰੋਡਿਊਸ ਹੋਊਗਾ, ਉਹ ਬਿਲਕੁਲ ਜ਼ਹਿਰਾਂ ਤੋਂ ਮੁਕਤ ਆ। ਮੈਂ ਉਹਨੂੰ ਵੇਚਾਂ ਕਿੱਥੇ? ਮੈਂ ਕਿੱਥੇ ਵੇਚਾਂ? ਮੈਂ ਕਿਹਦੇ ਘਰੇ ਜਾ ਕੇ ਕਹਿਦਾ ਵੀ ਤੂੰ ਮੇਰੇ ਤੋਂ ਜੀਰੀ ਲੈ ਲਾ? ਮੈਂ ਚੌਲ ਕਢਾਵਾਂ, ਉਹਨੂੰ ਕਿੱਥੇ ਮੈਂ ਸਟੋਰ ਕਰਾਂ, ਕੀ ਕਰਾਂ? ਵੇਚੂੰਗਾ ਮੈਂ ਉਹਨੂੰ ਉਸੇ ਮੰਡੀ 'ਚ। ਉਸੇ ਮੰਡੀ 'ਚੋਂ ਵਿਕ ਰਿਹਾ ਜਿੱਥੇ ਬਾਕੀ ਸਾਰਾ ਵਿਕਿਆ ਸੀ, ਉਹਦੇ 'ਚ ਜਾ ਕੇ ਉਹ ਰਲ ਗਿਆ। ਕਿਹੜਾ ਜ਼ਹਿਰ ਵਾਲਾ ਕਿਹੜਾ ਨਹੀਂ ਜ਼ਹਿਰ ਵਾਲਾ, ਕੋਈ ਫਰਕ ਨਹੀਂ ਹੈ। ਸਾਡੇ ਕੋਲੇ ਮੰਡੀਕਰਨ ਨਹੀਂ ਹੈ, ਸਾਡੇ ਕੋਲੇ ਸਿਸਟਮ ਨਹੀਂ ਹੈ। ਕਿਤੇ ਨਾ ਕਿਤੇ ਜੇ ਸਿਸਟਮ ਬਣ ਜਾਂਦੇ ਤਾਂ ਜ਼ਿਮੀਂਦਾਰ ਦੀ ਜਿਹੜੀ ਆਮਦਨ ਆ ਉਹ ਐਕਚੁਅਲ ਦੇ ਵਿੱਚ ਦੁੱਗਣੀ ਹੋ ਜਾਂਦੀ, ਨਾ ਕਿ ਪ੍ਰਾਈਵੇਟ ਪਲੇਅਰ ਨੂੰ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਦੇਣ ਦੀ ਸਕੀਮ ਬਣਾਉਣ ਨਾਲ ਦੁੱਗਣੀ ਹੋਣੀ ਹੈ। ਜੇ ਜ਼ਿਮੀਂਦਾਰ ਨੂੰ ਉਹਦੀ ਫਸਲਾਂ ਦੇ ਮੁੱਲ ਦੇਣ ਲੱਗ ਜਾਓ ਤੇ ਉਹਨੂੰ ਦੇਖੋ MSP ਹੈ ਜਿਹੜੀ ਖਤਮ ਕਰ ਰਹੀ ਹੈ ਅੱਜ ਸਰਕਾਰ। MSP ਤਾਂ ਖਤਮ ਬਹੁਤ ਦੇਰ ਦੀ ਹੋਈ ਆ। ਅੱਜ ਲੋਕੀ ਰੌਲਾ ਪਾਉਣ ਲੱਗੇ ਨੇ ਵੀ ਸਰਕਾਰ MSP ਖਤਮ ਕਰ ਰਹੀ ਆ। ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੂੰਗਾ ਕਿ MSP ਮੱਕੀ ਤੇ ਵੀ ਸੀ, ਮੱਕੀ ਦੀ ਖਰੀਦ ਨਹੀਂ ਹੁੰਦੀ। MSP ਅੱਜ ਆਪਾਂ ਕਹਿ ਰਹੇ ਹਾਂ ਵੀ ਸਰਕਾਰ MSP ਤੋੜਨ ਲੱਗੀ ਆ, ਸਰਕਾਰ MSP ਬਹੁਤ ਦੇਰ ਪਹਿਲਾਂ ਤੋੜ ਚੁੱਕੀ ਆ। ਸਿਰਫ ਔਰ ਸਿਰਫ ਆਪਾਂ ਵਿਰੋਧ ਨਾ ਕਰੀਏ ਇਸ ਕਰਕੇ ਕਣਕ ਤੇ ਝੋਨੇ ਤੇ MSP ਹੈ ਜਿਹੜੀ ਉਹ ਬਰਕਰਾਰ ਸੀ। ਬਾਕੀ ਸਾਰੀਆਂ ਸਟੇਟਾਂ 'ਚ MSP ਚੱਕੀ ਜਾ ਚੁੱਕੀ ਹੈ। ਮੇਰੇ ਮਿੱਤਰ ਨੇ ਉੱਤਰਾਖੰਡ 'ਚ, ਉਹਨਾਂ ਨੇ 42 ਏਕੜ ਝਾੜ ਕੱਢਿਆ ਜੀਰੀ ਦਾ, ਲੇਕਿਨ ਉਹਨਾਂ ਨੇ ਜੀਰੀ ਜਿਹੜੀ ਵੇਚੀ ਹੈ ਆਪਣੀ 1300 ਰੁਪਏ ਨੂੰ ਵੇਚੀ ਆ। 1300 ਰੁਪਏ ਕੁਇੰਟਲ। 1300 ਜੇ ਤੁਸੀਂ ਆਪਾਂ ਮਿਹਨਤ ਕਰਦੇ ਹਾਂ, ਇੰਨੀਆਂ ਯੂਨੀਵਰਸਿਟੀਆਂ ਇੰਨੇ ਅਦਾਰੇ ਲੱਗੇ ਹੋਏ ਨੇ ਮਿਹਨਤ ਕਰਨ ਕਿ ਅਸੀਂ ਕੋਈ ਇਹੋ ਜਿਹਾ ਬੀਜ ਬਣਾ ਦਈਏ ਜਿਹੜਾ ਕਿਸਾਨ ਨੂੰ ਫਾਇਦਾ ਦੇ ਦੇਵੇ, ਜਿਹਦਾ ਝਾੜ ਵੱਧ ਹੋਵੇ। ਤੇ ਜੇ ਝਾੜ ਵੱਧ ਕੱਢ ਕੇ ਵੀ ਉਹਨੂੰ ਤੁਸੀਂ ਮੁੱਲ ਦੇਣਾ ਹੀ ਨਹੀਂ, ਫਿਰ ਉਹ ਝਾੜ ਵੱਧ ਵੀ ਕਿਉਂ ਕੱਢੇ?
ਫਿਰ ਉਹ ਸੋਚੂਗਾ ਵੀ ਮੈਂ ਕਿਤੇ ਨਾ ਕਿਤੇ ਜਿਹੜੀ ਚੀਜ਼ ਮੈਂ ਕਰ ਰਿਹਾ ਜਿਵੇਂ ਕਰ ਰਿਹਾ ਮੈਂ ਉਵੇਂ ਹੀ ਕਰੀ ਜਾਵਾਂ ਯਾਰ, ਵੀ ਮੈਂ ਆਧੁਨਿਕ ਤਰੀਕੇ ਨਾਲ ਕਿਉਂ ਜਾ ਕੇ ਆਪਦਾ ਮੱਥਾ ਮਾਰਾਂ। ਇਹ ਤਾਂ ਤੁਸੀਂ ਜ਼ਿਮੀਦਾਰ ਦਾ ਪੱਖ ਰੱਖਿਆ ਨਾ। ਤੁਸੀਂ ਇਹ ਦੇਖੋ ਕਿ ਸਿਆਣੇ ਕਹਿੰਦੇ ਹੁੰਦੇ ਸੀ ਅਸੀਂ ਕੁਦਰਤ ਨੂੰ ਜੋ ਦਿੰਨੇ ਆ ਕੁਦਰਤ ਉਹਦਾ 10 ਗੁਣਾ ਕਰਕੇ ਸਾਨੂੰ ਮੋੜਦੀ ਹੈ। ਜ਼ਿਮੀਦਾਰ ਕੀ ਕਰ ਰਿਹਾ ਆਮ ਲੋਕਾਂ ਦੇ ਨਾਲ? ਸਾਡੇ ਘਰ ਜਿਹੜਾ ਅੰਨ ਆ ਰਿਹਾ ਹੈ ਉਹ ਅੰਨ ਕਿਸ ਤਰ੍ਹਾਂ ਬਣ ਰਿਹਾ, ਕਿੱਥੇ ਬਣ ਰਿਹਾ ਹੈ, ਕੀ ਖਿਲਵਾੜ ਕੀਤਾ ਜਾ ਰਿਹਾ ਹੈ, ਇਹ ਇਸ ਬਾਰੇ ਵੀ ਥੋੜਾ ਚਾਨਣ ਪਾਓ। ਦੇਖੋ ਮੈਂ ਕਹਿੰਦਾ ਇਸ ਚੀਜ਼ ਦੀ ਇਨਕਲਾਬ, ਖੇਤੀ ਦਾ ਇਨਕਲਾਬ ਆਉਣਾ ਹੀ ਉਦਣ ਆ ਜਿੱਦਣ ਇਕੱਲੇ ਜ਼ਿਮੀਦਾਰ ਨਹੀਂ ਸਾਰੇ ਵਰਗ ਦੇ ਲੋਕ ਆ ਗਏ। ਜਿਹੜਾ ਵੀ ਬੰਦਾ ਅੰਨ ਖਾਂਦਾ ਉਹ ਜ਼ਿਮੀਦਾਰਾਂ ਦਾ ਦੇਣਦਾਰ ਆ। ਜੇ ਤੁਸੀਂ ਅੰਨ ਖਾਂਦੇ ਹੋ, ਉਹ ਜ਼ਰੂਰੀ ਨਹੀਂ ਉਹ ਪੰਜਾਬ ਦਾ ਹੋਵੇ, ਉਹ ਹਰਿਆਣੇ ਦਾ ਹੋਵੇ, ਕਿੱਥੇ ਦਾ ਹੋਵੇ, ਕਿਸੇ ਵੀ ਜਗ੍ਹਾ ਤੇ ਤੁਸੀਂ ਅੰਨ ਖਾਂਦੇ ਹੋ ਉਹ ਕਿਸੇ ਨਾ ਕਿਸੇ ਖੇਤ 'ਚੋਂ ਪੈਦਾ ਹੋ ਕੇ ਆਇਆ ਤੇ ਉਹ ਕਿਸੇ ਨਾ ਕਿਸੇ ਮਿਹਨਤੀ ਮਜ਼ਦੂਰ ਕਿਸਾਨ ਨੇ ਪੈਦਾ ਕੀਤਾ, ਕਿਸੇ ਕਿਰਤੀ ਨੇ ਪੈਦਾ ਕੀਤਾ ਜਿਹਦਾ ਉਹਨੂੰ ਮੁੱਲ ਨਹੀਂ ਮਿਲਿਆ। ਮੁੱਲ ਨਹੀਂ ਮਿਲਿਆ, ਉਹਦੇ ਕੋਲੇ ਸਿਸਟਮ ਨਹੀਂ ਸੀ, ਉਹ ਇਸ ਚੀਜ਼ ਦੇ ਡਰ 'ਚ ਆ ਗਿਆ ਵੀ ਯਾਰ ਮੈਨੂੰ ਮੁੱਲ ਤਾਂ ਪਹਿਲੇ ਹੀ ਨਹੀਂ ਮਿਲਦੇ ਤੇ ਜੇ ਮੇਰੀ ਫਸਲ ਨਾ ਹੋਈ ਮੈਂ ਤਾਂ ਮਰ ਜੂ, ਮੈਂ ਰੋਟੀ ਕਿੱਥੋਂ ਖਾਵਾਂ। ਉਹਦੇ ਕੋਲੇ ਤਾਂ 4 ਕਿੱਲੇ ਜ਼ਮੀਨ ਹੈ ਸਿਰਫ। ਸੋ ਉੱਥੇ ਕੀ ਆ ਜਾਂਦੀ ਹੈ ਚੀਜ਼, ਉਹ ਸੋਚਦਾ ਵੀ ਯਾਰ ਮੇਰੇ ਕੋਲੇ ਕੁਝ ਵੀ ਹੋ ਜੇ ਵੀ ਮੇਰੇ ਕੋਲੇ ਹੋਰ ਤਾਂ ਕਿਸੇ ਪਾਸੇ ਆਮਦਨ ਹੈ ਨਹੀਂ, ਮੇਰੇ ਕੋਲ ਤਾਂ ਆਹੀ ਫਸਲ ਆ, ਜੇ ਫਸਲ ਨਹੀਂ ਹੋਗੀ ਮੈਂ ਕੀ ਕਰੂੰਗਾ। ਸੋ ਉੱਥੇ ਉਹਦੇ ਮਨ 'ਚ ਆਉਂਦਾ ਡਰ। ਉਸ ਡਰ ਤੋਂ ਪੈਦਾ ਹੁੰਦੀਆਂ ਦਵਾਈਆਂ, ਉਸ ਡਰ ਤੋਂ ਨਿਕਲਦਾ ਇੱਕ ਬਹੁਤ ਵੱਡਾ ਨੈਕਸਸ ਆ। ਇਹ ਬਹੁਤ ਵੱਡਾ ਇੱਕ ਨੈਕਸਸ ਆ, ਜਿਵੇਂ ਆਪਾਂ ਕਹਿੰਦੇ ਡਰੱਗ ਮਾਫੀਆ, ਉਵੇਂ ਇੱਕ ਬਹੁਤ ਵੱਡਾ ਮਾਫੀਆ ਜਿਹੜਾ ਖੇਤਾਂ ਦੀਆਂ ਦਵਾਈਆਂ ਪੈਦਾ ਕਰਦੀਆਂ ਨੇ ਕੰਪਨੀਆਂ। ਜਿਹੜੇ ਪ੍ਰਾਈਵੇਟ ਪਲੇਅਰ ਅੱਜ ਸਾਡੀਆਂ ਜ਼ਮੀਨਾਂ ਲੈਣ ਦੇ ਮਤਲਬ ਬਿਲਕੁਲ ਕਹਿ ਲਓ ਵੀ ਦਸਤਕ ਦੇ ਰਹੇ ਨੇ ਆਪਣੇ ਦਰਵਾਜ਼ੇ ਤੇ ਖੜੇ ਵੀ ਤੁਹਾਡੀਆਂ ਜ਼ਮੀਨਾਂ ਹੁਣ ਅਸੀਂ ਲੈ ਲੈਣੀਆਂ ਨੇ ਆਰਡੀਨੈਂਸਾਂ ਤੋਂ ਬਾਅਦ, ਉਹ ਪ੍ਰਾਈਵੇਟ ਪਲੇਅਰ ਅੱਜ ਤੱਕ ਸਾਨੂੰ ਦਵਾਈਆਂ ਵੇਚਦੇ ਰਹੇ ਨੇ। ਤੁਸੀਂ ਜਿਹੜੇ 15 ਘਰਾਣੇ ਨੇ ਹਿੰਦੁਸਤਾਨ ਦੇ ਲੀਡ ਕਲੱਬ ਦੇ, ਜੇ ਮੈਂ ਉਹਨਾਂ ਦੀ ਗੱਲ ਕਰਾਂ, IPL ਕੰਪਨੀ ਆ, ਆਦਿੱਤਿਆ ਬਿਰਲਾ ਗਰੁੱਪ ਆ, ਜਿੰਨੇ ਵੀ ਬਾਇਰ ਕੰਪਨੀ, ਜਿੰਨੇ ਵੀ ਵੱਡੇ ਵੱਡੇ ਇਹ ਪਲੇਅਰਸ ਨੇ, ਇਹਨਾਂ ਦੀਆਂ ਕੰਪਨੀਆਂ ਨੇ। ਜ਼ਿਮੀਦਾਰ ਇਹਨਾਂ ਤੋਂ ਖਰੀਦਦਾ। ਪਹਿਲਾਂ ਤਾਂ ਇਹ ਇੰਨੇ ਸਾਲਾਂ ਤੋਂ ਜ਼ਿਮੀਦਾਰ ਨੂੰ ਉਸ ਤਰੀਕੇ ਨਾਲ ਲੁੱਟਦੇ ਰਹੇ, ਉਹਨਾਂ ਨੂੰ ਜ਼ਹਿਰਾਂ ਵੇਚ ਕੇ। ਹੁਣ ਜਦੋਂ ਉਹਦੇ ਦਿਮਾਗ 'ਚ ਡਰ ਪੈ ਗਿਆ ਕਿ ਮੇਰੀ ਜ਼ਿਮੀਦਾਰ ਨੂੰ ਆਵੇ ਮੇਰਾ ਪ੍ਰੋਡਿਊਸ ਨਹੀਂ ਨਿਕਲਣਾ, ਮੇਰੇ ਕੋਲ ਇਹ ਤੋਂ ਬਿਨਾਂ ਹੋਰ ਕੁਝ ਹੈ ਨਹੀਂ, ਉਹ ਡਰਦਾ ਮਾਰਾ ਕੀ ਨਹੀਂ ਕਰਦਾ, ਉਹ ਕਹਿੰਦਾ ਯਾਰ ਜੇ ਮਰ ਗਈ ਸੁੰਡੀ ਲੱਗ ਗਈ ਮੈਂ ਹੁਣ ਇਹਦਾ ਇਲਾਜ ਕੀ ਕਰਾਂ। ਸਾਡੇ ਦੇਸ਼ ਦੀ ਮੰਦਭਾਗੀ ਹਾਲਤ ਦੇਖੋ ਵੀ ਸਾਡੇ ਜਿਹੜੇ ਮੰਤਰੀ ਨੇ ਉਹ ਬੈਠ ਕੇ ਚਾਈਨਾ ਨੂੰ ਦਬਕੇ ਮਾਰੀ ਜਾਂਦੇ ਆ ਵੀ ਰਫੇਲ ਆ ਗਿਆ ਤੁਹਾਨੂੰ ਚੱਕ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਨਰਮੇ ਦੀ ਸੁੰਡੀ ਇਹਨਾਂ ਤੋਂ ਅੱਜ ਤੱਕ ਨਹੀਂ ਮਰੀ। ਰਫੇਲ ਦੀਆਂ ਧਮਕੀਆਂ ਆਪਾਂ ਚੀਨ ਨੂੰ ਦੇਈ ਜਾਂਦੇ ਆ। ਮੇਰੇ ਕਹਿਣ ਦਾ ਮਤਲਬ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਵੀ ਮੁਲਕ ਨੂੰ ਤਰੱਕੀ ਨਹੀਂ ਕਰਨੀ ਚਾਹੀਦੀ, ਤਰੱਕੀ ਕਰੇ, ਜੀ ਸਦਕੇ ਤਰੱਕੀ ਕਰੇ ਮੁਲਕ ਸਾਡਾ। ਕਿਸੇ ਦਿਨ ਮੈਂ ਤਾਂ ਚਾਹੁੰਦਾ ਸੁਪਰ ਪਾਵਰ ਬਣ ਜੇ, ਨੱਥ ਪਾ ਲਈਏ ਸਾਰਿਆਂ ਨੂੰ। ਲੇਕਿਨ ਕਿਤੇ ਨਾ ਕਿਤੇ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਜਿੰਨਾ ਕੁ ਬਜਟ ਆਪਾਂ ਬਾਕੀ ਚੀਜ਼ਾਂ ਨੂੰ ਦਿੰਨੇ ਆ, ਜਿੰਨੀ ਕੁ ਐਲੋਕੇਸ਼ਨ ਆਪਾਂ ਬਾਕੀ ਚੀਜ਼ਾਂ ਨੂੰ ਕਰ ਰਹੇ ਹਾਂ, ਕੀ ਆਪਾਂ ਖੇਤੀ ਨੂੰ ਨਹੀਂ ਕਰਦੇ ਜੀ। ਤੇ ਜ਼ਿਮੀਦਾਰ ਜਦੋਂ ਫਿਰ ਉਹ ਜ਼ਿਮੀਦਾਰ ਨੂੰ ਨਾ ਸਰਕਾਰ ਵੱਲੋਂ ਕੋਈ ਸਪੋਰਟ ਆ, ਨਾ ਉਹਦੇ ਕੋਲੇ ਕੋਈ ਆਪਦੇ ਕਿਸੇ ਹੋਰ ਕਿੱਤੇ ਦੀ ਸਪੋਰਟ ਆ, ਉਹ ਡਰਦਾ ਮਾਰਾ ਉਹ ਤੇ ਉਸ ਫਸਲ ਨੂੰ ਟੀਕਾ ਵੀ ਲਾਊਗਾ ਵੀ ਯਾਰ ਜੇ ਮੇਰੀ ਇਹ ਮੰਡੀ ਜਾਊਗੀ ਵਿਕੂਗੀ ਤਾਂ ਮੇਰੇ ਕੋਲ 4 ਪੈਸੇ ਆਉਣੇ ਆ। ਉਹ ਟੀਕਾ ਵੀ ਲਾਊਗਾ, ਉਹ ਸਪਰੇਅ ਵੀ ਕਰੂਗਾ, ਉਹਦੇ ਕੋਲੇ ਹੋਰ ਗੁਜ਼ਾਰਾ ਹੈ ਨਹੀਂ, ਉਹ ਰੋਟੀ ਕਿੱਥੋਂ ਖਾਊਗਾ। ਉਹ ਟੈਕਨੀਕਲੀ ਫਿਰ ਉਹ ਜਿਹੜੀ ਸਬਜ਼ੀ ਆ ਉਹ ਜਦੋਂ ਮੰਡੀ ਜਾਊਗੀ ਉੱਥੋਂ ਅੱਗੇ ਵੈਂਡਰਸ ਦੇ ਥਰੂ ਤੁਹਾਡੇ ਘਰਾਂ ਤੱਕ ਆਉਣੀ ਆ। ਜਦੋਂ ਉਹ ਤੁਸੀਂ ਖਾਣੀ ਆ, ਤੁਸੀਂ ਉਹਦੇ ਵਿੱਚ ਪਈਆਂ ਹੋਈਆਂ ਜ਼ਹਿਰਾਂ ਨੂੰ ਤਾਂ ਜਾਣਦੇ ਨਹੀਂ। ਹੁਣ ਜੇ ਮੈਂ ਤੁਹਾਨੂੰ ਆਰਗੈਨਿਕ ਪ੍ਰੋਡਿਊਸ ਦਿਖਾਵਾਂ ਤੇ ਤੁਹਾਨੂੰ ਕੈਮੀਕਲ ਵਾਲਾ ਪ੍ਰੋਡਿਊਸ ਦਿਖਾਵਾਂ, ਮੇਰੇ ਖਿਆਲ ਆ ਜੇ ਮੈਂ ਤੁਹਾਡੇ ਮੂਹਰੇ ਦੋਹੇ ਸਬਜ਼ੀਆਂ ਰੱਖਦਾ, ਤੁਸੀਂ ਕਹੋਗੇ ਯਾਰ ਆਰਗੈਨਿਕ ਵਾਲੀ ਵੀ ਇਹ ਤਾਂ ਮੈਨੂੰ ਲੱਗਦੀ ਹੈ ਨਕੰਮੀ ਜੀ ਆ, ਆਹ ਬਹੁਤ ਸੋਹਣਾ ਵੀ ਇਹ ਬਣਾਉਨੇ ਆਪਾਂ, ਆਹ ਗੋਭੀ ਦਾ ਫੁੱਲ ਬੜਾ ਸੋਹਣਾ ਲੱਗਦਾ, ਆਰਗੈਨਿਕ ਵਾਲਾ ਗੋਭੀ ਦਾ ਫੁੱਲ ਹੈ ਕਸਮੈਲਾ ਜਾ, ਜਿਹੜਾ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਉਹ ਬਣਾਓਗੇ, ਲੇਕਿਨ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਜ਼ਹਿਰਾਂ ਕਿੰਨੀਆਂ ਪਈਆਂ ਨੇ। ਤੁਹਾਡਾ ਸਿਸਟਮ ਅੰਦਰ ਸਰੀਰ ਦਾ ਖਰਾਬ ਹੋਊਗਾ। ਤੁਸੀਂ 1 ਵਾਰੀ 2 ਵਾਰੀ 3 ਵਾਰੀ ਖਾ ਲਿਆ, ਆਪਾਂ ਯੰਗ ਆਪਾਂ ਨੂੰ ਪਤਾ ਨਹੀਂ ਲੱਗਦਾ। ਲੇਕਿਨ ਕਿਉਂ ਯੰਗ ਤਾਂ ਸਾਰੇ ਹੁੰਦੇ ਨੇ, ਕਿਉਂ 30 ਸਾਲ 25 ਸਾਲ 40 ਸਾਲ ਦੀ ਜਦੋਂ ਆਪਾਂ ਏਜ ਗੈਪ ਪਾਰ ਕਰਦੇ ਹਾਂ, ਕਿਉਂ ਆਪਾਂ ਨੂੰ 10-10 ਗੋਲੀਆਂ ਲੱਗ ਜਾਂਦੀਆਂ, ਆਪਾਂ ਨੂੰ ਖਾਣੀਆਂ ਪੈਂਦੀਆਂ। ਇਹ ਸੋਚਣ ਦੀ ਗੱਲ ਹੈ, ਇਹ ਆਪਾਂ ਨੂੰ ਸਲੋ ਡੈਥ ਦਿੱਤੀ ਜਾ ਰਹੀ ਹੈ ਇੱਕ ਤਰੀਕੇ ਨਾਲ। ਇਹ ਸਲੋ ਪੋਇਜ਼ਨ ਆ। ਆਪਣੀ ਜਿੰਨੀ ਇਨਟੇਕ ਆ ਆਪਣੇ ਸਰੀਰ ਦੇ ਅੰਦਰ, ਆਪਾਂ ਜਿਹੜੀ ਵੀ ਚੀਜ਼ ਪਾ ਰਹੇ ਹਾਂ, ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਤੁਸੀਂ ਕਿਤੇ ਵੀ, ਆਪਾਂ ਅਕਸਰ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਖਾਈਏ ਮਨ ਭਾਉਂਦਾ, ਪਾਈਏ ਜੱਗ ਭਾਉਂਦਾ। ਮੈਂ ਹੁਣ ਕਹੂੰਗਾ ਵੀ ਸਮੇਂ ਦੇ ਨਾਲ ਜਿਵੇਂ ਗੱਲਾਂ ਬਦਲਣੀਆਂ ਚਾਹੀਦੀਆਂ ਨੇ, ਆਪਾਂ ਨੂੰ ਹੁਣ ਇਸ ਵੇਲੇ ਸਾਰੇ ਵਰਗ ਨੂੰ ਆਪਾਂ ਨੂੰ ਤਕੜੇ ਹੋ ਕੇ ਇਸ ਪੱਖ ਲਈ ਖੜਨਾ ਪੈਣਾ ਵੀ ਇੱਕ ਤਾਂ ਸਰਕਾਰ ਦੇ ਖਿਲਾਫ ਕਿ ਯਾਰ ਜ਼ਿਮੀਦਾਰਾਂ ਦਾ ਹੱਕ ਨਾ ਮਾਰੋ। ਜ਼ਿਮੀਦਾਰ ਜੇ ਮਰ ਗਿਆ, ਜ਼ਿਮੀਦਾਰ ਤਾਂ ਮਰਦਾ ਫਿਰ ਵੀ 2 ਪੁਸ਼ਤਾਂ ਕੱਢ ਜੂ। ਜਿਹੜੇ ਹੱਟੀਆਂ ਵਾਲੇ ਲਾਲੇ ਮਰਨੇ ਨੇ ਉਹ ਕੀ ਕਰਨਗੇ ਜੀ? ਹੱਟੀਆਂ ਵਾਲੇ ਲਾਲੇ ਮਰ ਜਾਣਗੇ। ਹੱਟੀਆਂ ਵਾਲੇ ਲਾਲੇ ਤੋਂ ਮੇਰਾ ਭਾਵ ਆ ਚਾਹੇ ਉਹ ਕਰਿਆਨੇ ਵਾਲਾ, ਚਾਹੇ ਉਹ ਸੂਟਾਂ ਵਾਲਾ, ਚਾਹੇ ਉਹ ਲਲਾਰੀ ਆ,
ਜਿੰਨੇ ਵੀ ਬਾਜ਼ਾਰ ਦੇ ਵਿੱਚ ਵਪਾਰੀ ਬੈਠੇ ਨੇ ਜਿਹੜੇ ਜ਼ਿਮੀਂਦਾਰਾਂ ਦੇ ਸਿਰ ਤੇ ਚੱਲਦੇ ਨੇ, ਜੇ ਜ਼ਿਮੀਂਦਾਰ ਕੋਲੇ 4 ਪੈਸੇ ਆਉਂਦੇ ਨੇ ਉਹ ਆਪਦੇ ਘਰੇ ਕਦੇ ਨਹੀਂ ਰੱਖਦਾ। ਜੀ ਜੀ ਜ਼ਿਮੀਂਦਾਰ ਕੋਲੇ ਜੇ ਲੱਖ ਰੁਪਏ ਵੱਧ ਆ ਗਿਆ ਫਸਲ ਦਾ, ਉਹਦਾ ਛਾਲਾ ਮਾਰਦਾ ਜਾਂਦਾ ਮੇਲੇ ਨੂੰ ਵੀ, ਘਰਦਿਆਂ ਨੂੰ ਵੀ, ਘਰ ਵਾਲੀ ਨੂੰ ਵੀ ਕਹਿੰਦਾ ਲੈ 4 ਸੂਟ ਤੈਨੂੰ ਵੀ ਵੱਧ ਸਵਾਦਾ। ਜੇ ਉਹਦੇ ਕੋਲੇ ਪੈਸਾ ਆਉਂਦਾ ਉਹਦੇ ਪਰਿਵਾਰ ਨੂੰ ਖੁਸ਼ ਕਰਦਾ, ਉਹ ਖਰਚ ਕਰਦਾ। ਇਕਨੋਮੀ ਉੱਥੋਂ ਬੂਸਟ ਹੋਣੀ ਹੈ ਮੋਦੀ ਸਾਹਿਬ। ਇਕਨੋਮੀ ਉਹਨਾਂ ਦੀਆਂ ਜ਼ਮੀਨਾਂ ਲੈ ਕੇ ਨਹੀਂ ਬੂਸਟ ਹੋਣੀ। ਤੁਸੀਂ GDP ਦੀ ਜੇ ਆਪਾਂ ਗੱਲ ਕਰ ਲਈਏ, ਕਿੱਥੇ 9% ਤੇ ਹੁੰਦੀ ਸੀ, ਕਿੱਥੇ ਅੱਜ ਆਪਣੀ GDP -25 ਤੇ ਆ। ਤੁਸੀਂ ਮੁਲਕ ਦੀ ਆਮਦਨ ਤਾਂ -25 ਤੇ ਲੈ ਆਏ, ਕਿਸਾਨਾਂ ਦੀ ਆਮਦਨ ਤੁਸੀਂ ਕਿੱਥੋਂ ਵਧਾ ਦੋਗੇ? ਤੁਸੀਂ ਆਪਣੇ ਜਿਹੜੇ ਤੁਹਾਡੇ ਸਲਾਹਕਾਰ ਨੇ, ਕਿਤੇ ਨਾ ਕਿਤੇ ਮੇਰੀ ਤੁਹਾਨੂੰ ਅਪੀਲ ਆ ਕਿ ਤੁਸੀਂ ਉਹਨਾਂ ਨੂੰ ਵੀ ਇਹ ਪੁੱਛੋ ਵੀ ਜਿਨ੍ਹਾਂ ਨੇ ਇਹ ਨੀਤੀਆਂ ਤੁਹਾਡੀਆਂ ਬਣਾਈਆਂ ਵੀ ਮੈਂ ਜ਼ਿਮੀਂਦਾਰਾਂ ਦੀ ਆਮਦਨ ਦੁੱਗਣੀ ਕਰ ਦੂੰਗਾ, ਤੁਸੀਂ ਮੁਲਕ ਦੀ ਸਾਡੀ ਚੱਲਦੀ ਦੀ ਚੰਗੀ ਭਲੀ ਦੀ ਅਵਸਥਾ ਜਿਹੜੀ 9.2 ਤੇ ਸੀ GDP, ਉਹਨੂੰ ਤੁਸੀਂ -25 ਤੇ ਲੈ ਆਏ ਹੋ ਤੇ ਤੁਹਾਡੇ ਤੋਂ ਕੋਈ ਸਵਾਲ ਪੁੱਛਣ ਵਾਲਾ ਹੈ ਨਹੀਂ। ਤੇ ਜੇ ਕੋਈ ਤੁਹਾਡੇ ਤੋਂ ਸਵਾਲ ਪੁੱਛਦਾ ਤਾਂ ਤੁਸੀਂ ਉਹਨੂੰ ਐਂਟੀ ਨੈਸ਼ਨਲ ਕਹਿ ਕੇ, ਜਾਂ ਤੁਹਾਡੇ ਜਿਹੜੇ ਟ੍ਰੋਲਿੰਗ ਪੇਜ ਨੇ, IT ਸੈੱਲ ਆ ਤੁਹਾਡਾ, ਉਸ ਬੰਦੇ ਦੀ ਜ਼ਿੰਦਗੀ ਨੂੰ ਇੰਨੀ ਬੱਤਰ ਕਰ ਦਿੰਦੇ ਨੇ ਕਿ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ ਗੱਲ ਕਰਕੇ, ਮੈਂ ਆਪਦਾ ਕੰਮ ਕਰ ਲਾਂ। ਸੋ ਇਹ ਕਿਤੇ ਨਾ ਕਿਤੇ ਆਪਾਂ ਨੂੰ ਸੋਚਣਾ ਪਊਗਾ। ਜਦੋਂ ਸਾਰਾ ਵਰਗ ਸੋਚਣ ਲੱਗ ਗਿਆ ਵੀ ਯਾਰ ਇਹ ਜਿਹੜਾ ਪ੍ਰੋਡਿਊਸ ਆ ਰਿਹਾ, ਇਹ ਜਿਹੜਾ ਵੀ ਆਪਾਂ ਅੰਨ ਖਾ ਰਹੇ ਹਾਂ, ਸਬਜ਼ੀ ਖਾ ਰਹੇ ਹਾਂ, ਇਹ ਕਿੱਥੋਂ ਆਈ ਹੈ ਤੇ ਇਹਨੂੰ ਪੈਦਾ ਕਰਨ ਲਈ ਕਿੰਨੀਆਂ ਕੁ ਜ਼ਹਿਰਾਂ ਪਾਈਆਂ ਗਈਆਂ ਨੇ। ਜਿੱਦਣ ਮੇਰੇ ਵੀਰੋ ਤੁਸੀਂ ਇਸ ਚੀਜ਼ ਨੂੰ ਸਮਝਣ ਲੱਗ ਗਏ, ਸੋਚਣ ਲੱਗ ਗਏ, ਤੁਸੀਂ ਉਹ ਜ਼ਹਿਰਾਂ ਵਾਲੀ ਸਬਜ਼ੀਆਂ ਖਾਣੀਆਂ ਛੱਡ ਜਾਓਗੇ। ਤੇ ਉਹਦੇ ਨਾਲ ਕੀ ਹੋਊਗਾ, ਮਜਬੂਰਨ ਤੁਹਾਡਾ ਜਿਹੜਾ ਪ੍ਰੋਡਿਊਸ ਆ ਉਹ ਕਿਤੇ ਨਾ ਕਿਤੇ ਉਸ ਪ੍ਰੋਡਿਊਸ ਦੇ ਵਿੱਚ ਸ਼ਿਫਟ ਆਊਗੀ। ਜਦੋਂ ਤੁਸੀਂ ਜ਼ਹਿਰਾਂ ਵਾਲੀ ਸਬਜ਼ੀ ਖਾ ਕੇ ਹੀ ਨਹੀਂ ਰਾਜੀ ਤਾਂ ਜ਼ਹਿਰਾਂ ਵਾਲੀ ਸਬਜ਼ੀ ਪੈਦਾ ਕਿੱਥੋਂ ਹੋਊਗੀ? ਆਪਾਂ ਨੂੰ ਡਿਮਾਂਡ ਕਰਨੀ ਪੈਣੀ ਹੈ। ਆਪਾਂ ਡਿਮਾਂਡ ਹੀ ਨਹੀਂ ਕਰਦੇ। ਤੁਹਾਡੇ ਕੋਲੇ ਆਪਾਂ ਗੱਲ ਕਰ ਲਈ, ਤੁਸੀਂ ਇਹ ਇੰਟਰਵਿਊ ਵੀ ਦੇਖ ਲਓਗੇ, ਤੁਸੀਂ ਕਹਿ ਲਓਗੇ ਗੱਲਾਂ ਬਹੁਤ ਵਧੀਆ, ਥੱਲੇ 4 ਕਮੈਂਟ ਚੰਗੇ ਆ ਜਾਣਗੇ, ਲੇਕਿਨ 5 ਦਿਨ ਬਾਅਦ ਕੀ ਹੋਊਗਾ? ਤੁਹਾਡੀ ਗਲੀ 'ਚ ਇੱਕ ਰੇੜੀ ਤੇ ਬੰਦਾ ਹੋਕਾ ਦੇ ਰਿਹਾ ਜੀ, ਆ ਜਾਓ ਜੀ ਸਬਜ਼ੀ ਵਾਲਾ ਆ ਗਿਆ, ਤੁਸੀਂ ਉਹ ਤੇ ਸਬਜ਼ੀ ਲੈਣੀ ਹੈ, ਤੁਸੀਂ ਖਾ ਲੈਣੀ ਹੈ। ਤੁਸੀਂ ਕਰੋਗੇ ਵੀ ਕੀ? ਤੁਸੀਂ ਕਿਤੇ ਜਾ ਨਹੀਂ ਸਕਦੇ। ਇਹ ਰਾਤੋਂ ਰਾਤ ਨਹੀਂ ਹੋਣਾ। ਆਪਾਂ ਨੂੰ ਸਮਝ ਨਾਲ, ਸਹਿਜ ਨਾਲ ਇਹਨੂੰ ਇੱਕ ਲੰਬੀ ਰੇਸ ਦੇ ਘੋੜੇ ਵਾਲੀ ਗੱਲ ਆ ਕਿ ਇਹਨੂੰ ਇੱਕ ਲੰਬੇ ਵੱਡੇ ਪੱਧਰ ਤੇ ਦੇਖਣਾ ਪੈਣਾ ਹੈ। ਸਾਰੀ ਪ੍ਰੋਬਲਮ ਨੂੰ ਇੱਕ ਬਹੁਤ ਵੱਡਾ ਘਾਣ ਹੋ ਚੁੱਕਿਆ, ਆਪਾਂ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਫਸੇ ਹੋਏ ਆ। ਇਹਨੂੰ ਇੱਥੋਂ ਨਿਕਲਣ ਲਈ ਵੀ ਉਨੀ ਹੀ, ਜਿੰਨੀ ਕਹਿ ਲਓ ਵੀ ਗੁੰਝਲਾਂ ਆਪਾਂ ਪੈਦਾ ਕੀਤੀਆਂ ਨੇ, ਜਿੰਨੀਆਂ ਉਲਝਣਾਂ ਪੈਦਾ ਕਰਕੇ ਇਹ 'ਚ ਫਸੇ ਆ, ਇਹ 'ਚੋਂ ਨਿਕਲਣ ਲਈ ਵੀ ਆਪਾਂ ਨੂੰ ਉਨੀ ਹੀ ਸ਼ਿੱਦਤ ਕਰਨੀ ਪੈਣੀ ਹੈ। ਸੋ ਪਤਾ ਨਹੀਂ ਮੈਂ ਉਸ ਰਾਹ ਤੇ ਮਤਲਬ ਉਹਨਾਂ ਨੂੰ ਗਾਈਡ ਉਹਨਾਂ ਕਰ ਪਾਵਾਂ ਜਾਂ ਸਮਝਾ ਪਾਵਾਂ, ਪਰ ਜੇ ਮੇਰੇ ਵੀਰ ਇਸ ਚੀਜ਼ ਤੇ ਆ ਜਾਣ, ਇਸ ਚੀਜ਼ ਨੂੰ ਫੋਲੋ ਕਰਨ ਵੀ ਆਪਾਂ ਜਿਹੜੇ ਜ਼ਹਿਰਾਂ ਖਾ ਰਹੇ ਹਾਂ, ਜੋ ਵੀ ਆਪਾਂ ਖਾ ਰਹੇ ਹਾਂ, ਆਪਾਂ ਉਹਦੀ ਜੇ ਇੱਕ ਕਰਨ ਲੱਗ ਜਾਈਏ ਨਾ ਕਿ ਯਾਰ ਇਹ ਕਿੱਥੋਂ ਆਇਆ, ਇਹ ਜਿਹੜੀ ਮੇਰੇ ਕੋਲੇ ਅੰਨ ਆ ਰਿਹਾ, ਆਪਾਂ ਆਟਾ ਲੈਂਦੇ ਹਾਂ ਵੀ ਯਾਰ ਇਹ ਆਟੇ ਦੀ ਪ੍ਰੋਡਕਸ਼ਨ ਦੇਖੀਏ, ਆਪਾਂ ਕੰਪਨੀ ਨੂੰ ਫੋਨ ਲਾਈਏ ਵੀ ਤੁਸੀਂ ਸਾਡਾ ਬੈਚ ਸੀਗਾ, ਇਹਨਾਂ ਤੋਂ ਜਿਹੜਾ ਤੁਸੀਂ ਕਣਕ ਖਰੀਦੀ ਸੀ ਉਹ ਕਿੱਥੋਂ ਖਰੀਦੀ ਸੀ ਦੱਸੋ। ਜਦੋਂ ਉਹ ਤੁਹਾਨੂੰ ਜਵਾਬ ਦੇਣਗੇ, ਤੁਸੀਂ ਕਿਤੇ ਨਾ ਕਿਤੇ ਕੋਸ਼ਿਸ਼ ਕਰਿਓ ਵੀ ਤੁਸੀਂ ਉਹ ਖੇਤ 'ਚ ਜਾ ਕੇ ਦੇਖਿਓ ਜਿੱਥੋਂ ਕਣਕ ਪੈਦਾ ਹੋਈ ਹੈ। ਤੁਸੀਂ ਕਿਸੇ ਜ਼ਿਮੀਂਦਾਰ ਨੂੰ ਪੁੱਛਿਓ ਵੀ ਤੈਂ ਕਣਕ ਤੇ ਕੀ ਪਾਇਆ ਸੀ, ਤੈਂ ਝੋਨੇ ਤੇ ਕੀ ਪਾਇਆ ਸੀ। ਜਦੋਂ ਤੁਹਾਨੂੰ ਲਿਸਟ ਦਊਗਾ ਇੱਕ ਲੰਬੀ ਜਿਹੀ, ਤਾਂ ਤੁਸੀਂ ਉਹਨੂੰ ਗੂਗਲ ਕਰਕੇ ਦੇਖੋਗੇ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਊਗੀ ਵੀ ਤੁਸੀਂ ਇੰਨੇ ਜ਼ਹਿਰਾਂ ਆਪਦੇ ਅੰਦਰ ਪਾ ਚੁੱਕੇ ਹੋ। ਆਪਾਂ ਕਹਿੰਦੇ ਆ ਕਿ ਨਸ਼ੇ ਕਰਨੇ ਜਾਂ ਆਪਦੀ ਸਿਹਤ ਦਾ ਨਾ ਖਿਆਲ ਰੱਖਣਾ ਜਾਂ ਬਿਮਾਰੀਆਂ ਲੱਗ ਜਾਂਦੀਆਂ, ਤੁਸੀਂ ਕਿਸੇ ਨੂੰ ਬਾਏ ਬਰਥ ਲੱਗ ਜਾਂਦੀ ਹੈ, ਕਿਸੇ ਨੂੰ ਵੈਸੇ ਹੋ ਜਾਂਦੀ। ਜਦੋਂ ਆਪਾਂ ਇਸ ਚੀਜ਼ ਦੇ ਫੰਡੇ ਨੂੰ ਸਮਝ ਗਏ ਕਿ ਬਿਮਾਰੀ ਆ ਕਿੱਥੋਂ ਰਹੀ ਆ, ਬਿਮਾਰੀ ਤੁਹਾਡੇ ਖਾਣੇ ਤੋਂ ਆਉਂਦੀ ਆ। ਕੋਈ ਵੀ ਬਿਮਾਰੀ ਆ ਉਹ ਤੁਹਾਡੇ ਖਾਣੇ ਤੋਂ, ਸ਼ੁਰੂਆਤ ਤੁਹਾਡੇ ਪੇਟ ਤੋਂ ਹੋਣੀ ਆ। ਤੁਸੀਂ ਆਪਦੀ ਮਸ਼ੀਨਰੀ ਦੇ ਅੰਦਰ, ਤੁਹਾਡੇ ਕੋਲੇ ਤੁਸੀਂ ਗੱਡੀ ਲੈਂਦੇ ਹੋ, ਡੀਜ਼ਲ ਗੱਡੀ ਆ, ਤੁਸੀਂ ਉਹ ਡੀਜ਼ਲ ਪਾਉਂਦੇ ਹੋ, ਸਾਰੀ ਉਮਰ ਪਾਈ ਜਾਂਦੇ ਹੋ, ਚੱਲਦੀ ਆ। ਤੁਸੀਂ ਉਹ 'ਚ ਇੱਕ ਦਿਨ ਪੈਟਰੋਲ ਪਾ ਦਿਓ, ਚੱਲੂਗੀ? ਖੜ ਜੂਗੀ ਉਹ ਜਦੇ ਕਹੂਗੀ ਮੇਰਾ ਫਿਲਟਰ ਵੀ ਬਦਲੋ, ਸਭ ਕੁਝ ਕਰੋ। ਸੇਮ ਮਸ਼ੀਨਰੀ ਰੱਬ ਨੇ ਜਿਹੜੀ ਮਸ਼ੀਨਰੀ ਬਣਾਈ ਆ, ਆਪਣਾ ਇਨਸਾਨ ਦਾ ਸਰੀਰ ਆ, ਇਹ ਇੰਨਾ ਵਰਸੇਟਾਈਲ ਆ। ਇਹ ਜੇ ਗਲਤ ਚੀਜ਼ ਵੀ ਖਾ ਲੈਂਦਾ, ਇਹ ਉਹਨੂੰ ਵੀ ਜਜ਼ਬ ਕਰ ਜਾਂਦਾ, ਚਲਾ ਲੈਂਦਾ ਕਿਤੇ ਨਾ ਕਿਤੇ। ਲੇਕਿਨ ਜੇ ਆਪਾਂ ਉਹ ਗਲਤ ਚੀਜ਼ਾਂ ਅੰਦਰ ਇਹਦੇ ਜ਼ਹਿਰਾਂ ਪਾਉਂਦੇ ਰਵਾਂਗੇ ਤਾਂ ਕਿੰਨਾ ਕੁ ਚਿਰ ਜ਼ਹਿਰਾਂ ਖਾ ਕਿੰਨਾ ਚਿਰ ਕੱਟ ਲਓ, ਪਰ ਜਿਆਂ ਨੂੰ ਬਦਲ ਵੀ ਹੋਣਾ ਨਹੀਂ। ਦੌਲਤ ਸ਼ੌਹਰਤ ਕੰਮ ਨਾ ਆਵੇ, ਬੀਤੇ ਵੇਲੇ ਨੂੰ ਰੋਣਾ ਨਹੀਂ। ਭਾਵੇਂ ਸਾਇੰਸ ਅੱਜ ਉਸ ਤਕਨੀਕ ਤੇ ਪਹੁੰਚ ਚੁੱਕੀ ਹੈ ਵੀ ਤੁਹਾਡਾ ਜੇ ਕੋਈ ਪੁਰਜਾ ਵੀ ਬਦਲਣਾ, ਸਾਇੰਸਦਾਨੀ ਕਹਿੰਦੇ ਨੇ, ਡਾਕਟਰ ਕਹਿੰਦੇ ਨੇ ਵੀ ਤੁਹਾਡਾ ਪੁਰਜਾ ਬਦਲ ਦਾਂਗੇ ਜੀ, ਆਹ ਸਰਜਰੀ ਕਰ ਦਾਂਗੇ, ਉਹ ਕਰ ਦਾਂਗੇ। ਲੇਕਿਨ ਜਦੋਂ ਵਕਤ ਦੀ ਮਾਰ ਪੈਂਦੀ ਆ, ਉਦੋਂ ਦੌਲਤ ਸ਼ੌਹਰਤ ਵੀ ਕੰਮ ਨਹੀਂ ਆਉਂਦੀ ਤੇ ਆਪਣੇ ਕੋਲੇ ਬੀਤੇ ਵੇਲੇ ਨੂੰ ਰੋਣ ਤੋਂ ਸਿਵਾਏ ਕੁਝ ਨਹੀਂ ਰਹਿ ਜਾਂਦਾ। ਸੋ ਮੈਂ ਨਹੀਂ ਚਾਹੁੰਦਾ ਕਿ ਜਿਹੜੇ ਸਾਡੇ ਮੁਲਕ ਦੇ ਲੀਡਰ ਨੇ, ਕਿ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਮੁਲਕ ਦੇ ਲੀਡਰ ਨੇ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਗਾਈਡ ਕਰਨ ਦੇ ਵਿੱਚ ਨਾਕਾਮਯਾਬ ਜਿਹੜੇ ਰਹੇ ਨੇ ਇਹਨਾਂ ਪਾਸਿਆਂ ਤੋਂ। ਮੇਰੀ ਸਾਰਿਆਂ ਨੂੰ ਅਪੀਲ ਆ ਕਿ ਆਪਾਂ ਉਹਨਾਂ ਨੂੰ ਗਾਈਡੈਂਸ ਦਈਏ, ਆਪਾਂ ਉਹਨਾਂ ਨੂੰ ਜ਼ਿਮੀਂਦਾਰਾਂ ਨੂੰ ਐਜੂਕੇਟ ਕਰੀਏ ਕਿ ਅਸਲੀ ਮੁੱਦਾ ਕੀ ਆ।
ਤੁਸੀਂ ਕਿਵੇਂ ਉਹਨੂੰ ਬਦਲ ਕੇ ਸਟਰਕਚਰ ਨੂੰ, ਸਾਰੀ ਪ੍ਰੋਬਲਮ ਨੂੰ ਸੇਵ ਕਰ ਸਕਦੇ ਹੋ। ਛੋਟੀ ਜੀ ਗੱਲ ਆ ਕਿ ਜੇ ਆਪਾਂ ਕੱਦੂ ਕਰਨਾ ਛੱਡ ਦਿੰਨੇ ਆ, ਪਾਣੀ ਦਾ ਤਲਾ ਜਿਹੜਾ ਉੱਤੇ ਆ ਜਾਊਗਾ, ਜਿਹੜਾ ਗਰਾਊਂਡ ਵਾਟਰ ਡਿਪਲੀਟ ਹੋ ਰਿਹਾ ਉਹ ਉੱਪਰ ਆ ਜਾਊਗਾ। ਜੇ ਆਪਾਂ ਵੱਟਾਂ ਤੇ ਝੋਨਾ ਲਾਉਂਦੇ ਆ, ਫੰਗੀਸਾਈਡ ਦੀ ਪ੍ਰੋਬਲਮ ਨਹੀਂ ਆਉਂਦੀ। ਵੱਟ ਤੋਂ ਵੱਟ ਦੀ ਦੂਰੀ ਹੈ ਜਿਹੜੀ, ਉਹਦੇ ਵਿੱਚ ਦੀ ਸਪੇਸ ਆ ਜਿਹੜੀ, ਹਵਾ ਕ੍ਰਾਸ ਹੁੰਦੀ ਆ ਤਾਂ ਫੰਗੀਸਾਈਡ, ਫੰਗਸ ਦੀ ਪ੍ਰੋਬਲਮ ਆਉਣ ਦੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ। ਤੀਜੀ ਗੱਲ, ਜਿਹੜਾ ਪ੍ਰੋਡਿਊਸ ਆ ਉਹ ਤੁਹਾਡਾ 10 ਤੋਂ 15 ਕੁਇੰਟਲ ਪਰ ਏਕੜ ਦਾ ਵੱਧ ਜਾਂਦਾ। ਖਰਚਾ ਤੁਹਾਡਾ ਹੱਦ ਤੋਂ ਵੱਧ ਘਟ ਜਾਂਦਾ। 3000 ਰੁਪਏ ਤੁਹਾਡਾ ਕੱਦੂ ਦਾ ਬਚ ਗਿਆ, ਫਿਰ ਤੁਹਾਡੀਆਂ ਸਪਰੇਹਾਂ ਦਾ ਖਰਚਾ ਬਚ ਗਿਆ, ਪ੍ਰੋਡਿਊਸ ਤੁਹਾਡਾ ਵੱਧ ਗਿਆ, ਤੇ ਪ੍ਰੋਡਿਊਸ ਤੁਹਾਡਾ ਘੱਟ ਜ਼ਹਿਰਾਂ ਵਾਲਾ, ਨਾਲੇ ਪੁੰਨ ਨਾਲੇ ਫਲੀਆਂ, ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਲੇਕਿਨ ਸਾਡੇ ਦੇਸ਼ ਦੀ ਤਰਾਸਦੀ ਇਹ ਆ ਕਿ ਜਿਹੜੇ ਬੰਦੇ ਮੂਹਰੇ ਜਾ ਕੇ ਜ਼ਿਮੀਂਦਾਰਾਂ ਦੇ ਪੱਖ ਰੱਖਦੇ ਨੇ ਜਾਂ ਆਪਦੇ ਆਪ ਨੂੰ ਜ਼ਿਮੀਂਦਾਰਾਂ ਦੇ ਮੈਂ ਕਹੂੰਗਾ ਕਿ ਲੀਡਰ ਕਹਾਉਂਦੇ ਨੇ, ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿਮੀਂਦਾਰਾਂ ਦਾ ਫੇਸ ਦੱਸਦੇ ਨੇ, ਜ਼ਿਮੀਂਦਾਰਾਂ ਦਾ ਫੇਸ ਬਣ ਕੇ ਜਾਂਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਹ ਚੀਜ਼ਾਂ ਨਹੀਂ ਪਤਾ। ਮੈਨੂੰ ਸ਼ਰਮ ਆ ਰਹੀ ਸੀ, ਮੈਂ ਜਦੋਂ ਅਮਰੀਕਾ ਸੀਗਾ ਤੇ BBC ਨਿਊਜ਼ ਤੇ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ, ਮੇਰੇ ਖਿਆਲ ਰਾਜੇਵਾਲ ਜੀ ਸੀਗੇ ਸ਼ਾਇਦ, ਉਹਨਾਂ ਨਾਲ ਇੱਕ ਖੇਤੀ ਮਹਿਕਮੇ 'ਚੋਂ ਵੀ ਕੋਈ ਇੱਕ ਬੰਦਾ ਉਹਨਾਂ ਨਾਲ, ਮੇਰੇ ਖਿਆਲ ਮਨਮੋਹਨ ਕਾਲੀਆ ਜੀ ਬੈਠੇ ਸੀਗੇ। ਤੇ BBC ਨਿਊਜ਼ ਇੱਕ ਬਹੁਤ ਵੱਡਾ ਪਲੇਟਫਾਰਮ ਆ, ਮੈਨੂੰ ਨਹੀਂ ਲੱਗਦਾ ਕਿ ਉਹ ਤੋਂ ਵੱਡਾ ਕੋਈ ਪਲੇਟਫਾਰਮ ਹੋਊਗਾ। BBC ਨਿਊਜ਼ ਤੇ ਇੰਟਰਵਿਊ ਚੱਲ ਰਹੀ ਆ ਤੇ ਮੈਂ ਉਹਨਾਂ ਦੀ ਗੱਲ ਸੁਣ ਰਿਹਾ ਸੀ ਤੇ ਉਹ ਗੱਲ ਕਰ ਰਹੇ ਆ ਜੀ, ਅਸੀਂ ਤਾਂ ਖੇਤਾਂ ਨੂੰ ਅੱਗ ਲਾਵਾਂਗੇ ਜੀ, ਸਾਡੇ ਕੋਲੇ ਤਾਂ ਹੱਲ ਹੈ ਨਹੀਂ, ਜ਼ਿਮੀਂਦਾਰ ਕੀ ਕਰੇ ਜੀ, ਜ਼ਿਮੀਂਦਾਰ ਕੋਲੇ ਹੱਲ ਹੈ ਨਹੀਂ, ਇਸ ਤਾਂ ਖੇਤਾਂ ਨੂੰ ਅੱਗ ਲਾਵਾਂਗੇ, ਸਾਡੇ ਤੋਂ ਨਹੀਂ ਚੱਲਦੇ ਹੈਪੀ ਸੀਡਰ ਇਹ ਵੋ। ਮੈਂ ਉੱਥੇ ਸੋਚਿਆ ਵੀ ਰਾਜੇਵਾਲ ਜੀ, ਕਦੇ ਤੁਸੀਂ ਹੈਪੀ ਸੀਡਰ ਚਲਾ ਕੇ ਦੇਖਿਆ? ਕਦੇ ਆਪ ਚਲਾਇਆ? ਅਸੀਂ ਸੰਨ 2000 ਤੋਂ ਅੱਗ ਨਹੀਂ ਲਾਉਂਦੇ। ਮੈਂ ਕੋਈ ਇਹ ਤਾਂ ਹੈ ਨਹੀਂ ਵੀ ਮੈਂ ਲਾਲਿਆਂ ਦਾ ਜਵਾਕ ਆ ਜੀ, ਜਾਂ ਮੈਂ ਸਰਕਾਰ ਦਾ ਕੋਈ, ਮੈਂ MLA ਆ ਜੀ, ਜਾਂ ਮੈਂ MP ਆ ਜੀ, ਮੈਂ ਸਰਕਾਰ ਦੇ ਹੱਕ 'ਚ ਬੋਲਣਾ। ਮੈਂ ਤਾਂ ਜ਼ਿਮੀਂਦਾਰ ਹਾਂ, ਮੈਂ ਤਾਂ ਪ੍ਰੈਕਟੀਕਲੀ ਖੇਤਾਂ 'ਚ ਕੰਮ ਕਰ ਰਿਹਾ। ਅਸੀਂ 20 ਸਾਲ ਪਹਿਲਾਂ ਅੱਗ ਲਾਉਣੀ ਬੰਦ ਕਰਤੀ, 2006 ਤੋਂ ਹੈਪੀ ਸੀਡਰ ਚਲਾ ਰਹੇ ਹਾਂ। ਹੈਪੀ ਸੀਡਰ ਨਾਲ ਜਿਹੜਾ ਝਾੜ ਆ ਉਹ 3 ਕੁਇੰਟਲ ਵੱਧਦਾ, ਜਿਹੜਾ ਤੁਹਾਡਾ ਹੈਪੀ ਸੀਡਰ ਨਾਲ ਬਜਾਈ ਕੀਤੀ ਉਹਦਾ 3 ਕੁਇੰਟਲ ਵੱਧਦਾ। ਤੇ ਉੱਥੇ ਰਾਜੇਵਾਲ ਜੀ ਕੀ ਕਹਿ ਰਹੇ ਨੇ, ਕਹਿੰਦੇ ਜੀ ਜੇ ਜ਼ਿਮੀਂਦਾਰ ਨੇ ਅੱਗ ਨਹੀਂ ਲਾਉਣੀ ਤਾਂ ਉਹਨੂੰ 16 ਲੱਖ ਰੁਪਏ ਚਾਹੀਦਾ ਏਕੜ ਦਾ, ਤਾਂ ਉਹ ਅੱਗ ਨਹੀਂ ਲਾਊਗਾ, ਨਹੀਂ ਤਾਂ ਮੈਂ ਸੁਣ ਕੇ ਹੈਰਾਨ ਹੋ ਗਿਆ। ਮੈਨੂੰ ਲੱਗਿਆ ਸ਼ਾਇਦ ਮੈਂ ਗਲਤ ਸੁਣ ਲਿਆ ਵੀ ਯਾਰ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ। ਮੈਂ ਬੈਕ ਕਰਕੇ ਇੰਟਰਵਿਊ ਦੁਬਾਰਾ ਸੁਣੀ, ਮੈਂ ਤੁਹਾਨੂੰ ਲਿੰਕ ਦੇ ਸਕਦਾ, ਮੈਂ ਸੇਵ ਕਰਕੇ ਰੱਖਿਆ ਹੋਇਆ। ਉਹ ਕਹਿ ਰਹੇ ਨੇ ਵੀ ਸਾਨੂੰ ਜੀ ਇੱਕ ਤਾਂ 4x4 ਟਰੈਕਟਰ ਚਾਹੀਦਾ, ਸਾਨੂੰ ਆ 1.5 ਲੱਖ ਦਾ ਇੰਪਲੀਮੈਂਟ ਆ, ਸਾਨੂੰ ਉਹਨਾਂ ਨੇ ਖਰਚਾ ਗਿਣਾ ਕੇ ਉਹਨਾਂ ਨੇ 16 ਲੱਖ ਰੁਪਏ ਦੀ ਰਕਮ ਬਣਾਤੀ। ਤੇ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਪਿਛਲੇ 20 ਸਾਲ ਤੋਂ ਅੱਗ ਨਹੀਂ ਲਾ ਰਹੇ, ਲੇਕਿਨ 16 ਲੱਖ ਦੀ ਇਨਵੈਸਟਮੈਂਟ ਅਸੀਂ 50 ਏਕੜ 'ਚ ਅੱਜ ਤੱਕ ਨਹੀਂ ਕੀਤੀ ਵੀ ਜਿਹੜੀ ਆਪਾਂ ਮੰਨੀਏ ਵੀ ਸਾਨੂੰ ਪਰਾਲੀ ਨੂੰ ਬਚਾਉਣ ਲਈ ਵੀ ਇੰਨੀ ਇਨਵੈਸਟਮੈਂਟ ਕਰਨੀ ਪਈ। ਤੇ ਐਡੇ ਵੱਡੇ ਅਦਾਰੇ ਤੇ ਬੈਠ ਕੇ ਇੰਨੀ ਗਲਤ ਗੱਲ ਬੋਲਦੇ ਨੇ ਤੇ ਅੱਜ ਤੱਕ ਉਹਨਾਂ ਨੂੰ ਕੋਈ ਟੋਕਦਾ ਨਹੀਂ। ਇੱਕ ਉਦਾਹਰਨ, ਇਸੇ ਤੌਰ ਤੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਆਪਦੇ ਆਪ ਨੂੰ ਖੇਤਾਂ ਦਾ ਮਸੀਹਾ ਕਹਿ ਕੇ ਅੱਗੇ ਜਾਂਦੇ ਨੇ, ਆਪਦੇ ਲਾਹੇ ਲੈ ਲੈਂਦੇ ਨੇ। ਉਹ ਸਭ ਧਰਨੇ ਚੱਕੇ ਜਾਂਦੇ ਨੇ, ਉਹ ਆਪਦਾ ਲਾਹਾ ਲੈ ਕੇ ਲੰਘ ਜਾਂਦੇ ਨੇ। ਜ਼ਿਮੀਂਦਾਰਾਂ ਦੀ ਗੱਲ ਉੱਥੇ ਦੀ ਉੱਥੇ, ਜ਼ਿਮੀਂਦਾਰ ਉਵੇਂ ਮਰਦੇ ਦਾ ਮਰਦਾ। ਸੋ ਜੇ ਤੁਸੀਂ ਖੇਤੀ ਦੇ ਵਿੱਚ ਆਪ ਨਹੀਂ ਰੁੱਝਦੇ, ਤੁਸੀਂ ਆਪ ਨਹੀਂ ਖੇਤੀ ਕਰਕੇ ਦੇਖੀ, ਤੁਸੀਂ ਖੜ ਕੇ ਸਿਰਫ TV ਤੇ ਐਂਕਰਿੰਗ, ਜਾਂ ਤੁਸੀਂ ਖੜ ਕੇ ਸਿਰਫ ਪੱਤਰਕਾਰਾਂ ਮੂਹਰੇ ਆਪਾਂ ਜੇ ਸਿਰਫ ਬੋਲੀ ਜਾਂਦੇ ਹਾਂ ਵੀ ਯਾਰ ਇੱਦਾਂ ਕਰ ਲਓ, ਜ਼ਿਮੀਂਦਾਰ ਤਾਂ ਮਰ ਗਿਆ ਜੀ, ਮਰ ਗਿਆ। ਤੁਸੀਂ ਪਹਿਲਾਂ ਇਹ ਸਮਝੋ ਵੀ ਉਹ ਮਰ ਕਿਉਂ ਰਿਹਾ। ਤੁਸੀਂ ਇਹੀ ਨਹੀਂ ਸਮਝ ਰਹੇ ਉਹ ਮਰ ਕਿਉਂ ਰਿਹਾ। ਤੁਸੀਂ ਰੌਲਾ ਪਾ ਰਹੇ ਹੋ ਵੀ ਅਸੀਂ ਅੱਗ ਨਹੀਂ ਲਾਉਣੀ ਜੀ, ਤੁਸੀਂ ਰੌਲਾ ਪਾਉਂਦੇ ਹੋ ਅਸੀਂ ਹੈਪੀ ਸੀਡਰ ਨਹੀਂ ਚਲਾਉਣਾ ਜੀ, ਇਹ ਮਸ਼ੀਨ ਗਲਤ ਆ ਜੀ, ਸਕੈਮ ਹੋ ਗਿਆ ਜੀ, ਖੇਤੀਬਾੜੀ ਮਹਿਕਮੇ ਨੇ ਪੈਸੇ ਖਾ ਲਏ ਜੀ, ਸਬਸਿਡੀਆਂ ਆਈਆਂ, ਇਹਨਾਂ ਨੇ ਹੇਰ ਫੇਰ ਕੀਤੀ ਜੀ ਬੰਦੇ ਨੂੰ। ਸਭ ਮੈਂ ਕਹਿੰਦਾ ਉਹ ਸਾਰੀਆਂ ਗੱਲਾਂ ਠੀਕ ਨੇ, ਉਹ ਸਭ ਗੱਲਾਂ ਪੈਰਲਲ ਚੱਲ ਰਹੀਆਂ ਨੇ। ਕਿਹੜੇ ਵਰਗ ਦੇ ਵਿੱਚ ਪ੍ਰੋਬਲਮ ਨਹੀਂ? ਕਿ ਹਸਪੀਟਲਾਂ ਦੇ ਵਿੱਚ ਸਕੈਮ ਨਹੀਂ ਚੱਲਦੇ? ਕਿ ਗਵਰਨਮੈਂਟ ਦੇ ਵਿੱਚ ਸਕੈਮ ਨਹੀਂ ਚੱਲਦੇ? ਕਿੱਥੇ ਨਹੀਂ ਚੱਲਦੇ ਸਕੈਮ? ਜਿੱਥੇ ਪੈਸੇ ਦਾ ਫਲੋ ਆ ਉੱਥੇ ਸਕੈਮ ਹੋਊਗਾ ਹੀ ਹੋਊਗਾ। ਇਹ ਸਾਡਾ ਮੁਲਕ ਆ ਜਿਹੜਾ, ਇਹ ਕਰਪਸ਼ਨ ਵਾਲਾ ਕੀੜਾ ਜਿਹੜਾ ਆਪਣੇ ਅੰਦਰ ਬਹੁਤ ਕਹਿ ਲਓ ਵੀ ਬਹੁਤ ਡੂੰਘਾ ਰਚ ਚੁੱਕਿਆ, ਉਹ ਜਾ ਨਹੀਂ ਸਕਦਾ। ਲੇਕਿਨ ਆਪਾਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਅੱਡ ਕਰਕੇ ਨਹੀਂ ਦੇਖਦੇ। ਉਹ ਇੱਕ ਅਲੱਗ ਚੀਜ਼ ਆ ਕਿ ਜੋ ਵੀ ਚੱਲ ਰਿਹਾ ਸਿਸਟਮ ਜਾਂ ਗਲਤ ਹੋ ਰਿਹਾ, ਜਾਂ ਜ਼ਿਮੀਂਦਾਰਾਂ ਦਾ ਹੱਕ ਨਹੀਂ ਰੱਖਿਆ ਜਾ ਰਿਹਾ, ਜ਼ਿਮੀਂਦਾਰਾਂ ਦਾ ਹੱਕ ਮਰਦਾ, ਉਹਨਾਂ ਨੂੰ ਉਹਨਾਂ ਦੇ ਅੰਨ ਦਾ ਮੁੱਲ ਤੱਕ ਨਹੀਂ ਮਿਲਦਾ, ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਲੇਕਿਨ ਕਿਤੇ ਨਾ ਕਿਤੇ ਜ਼ਿਮੀਂਦਾਰ ਭਰਾ, ਮੈਂ ਜ਼ਿਮੀਂਦਾਰ ਹੋਣ ਦੇ ਨਾਤੇ ਕਹਿਣਾ ਵੀ ਉਹ ਸਾਰੀਆਂ ਗੱਲਾਂ ਮੈਂ ਸਿਰ ਮੱਥੇ ਕਬੂਲ ਨੇ। ਜ਼ਿਮੀਂਦਾਰਾਂ ਨੂੰ ਹੱਕ ਨਹੀਂ ਮਿਲਦਾ, ਅਸੀਂ ਮਰਦੇ ਹਾਂ। ਮੈਨੂੰ ਮੇਰੇ ਪਰਿਵਾਰ ਵਾਲੇ ਕਈ ਲੋਕ ਮੈਨੂੰ ਕਹਿ ਦਿੰਦੇ ਨੇ, ਮੇਰੇ ਕਜ਼ਨ ਭੈਣ ਭਾਈ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ, ਜਿਨ੍ਹਾਂ ਨੇ ਹੁਣ ਆਇਲਸ ਦਿੱਤੀ ਹੈ ਜਾਂ ਜਿਹੜੇ ਬਹੁਤ ਦੇਰ ਤੋਂ ਸੁਪਨਾ ਲੈ ਕੇ ਬੈਠੇ ਸੀ ਵੀ ਬਾਹਰ ਜਾਣਾ, ਉਹ ਮੈਨੂੰ ਕਹਿੰਦਾ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ ਵੀ ਤੂੰ ਅਮਰੀਕਾ ਛੱਡ ਕੇ ਇੱਥੇ ਆ ਗਿਆ ਤੇ ਵੀ ਤੂੰ ਖੇਤਾਂ 'ਚ ਫਿਰ ਰਿਹਾ।
ਵੀ ਜ਼ਿਮੀਂਦਾਰ ਤਾਂ ਮਰ ਰਿਹਾ। ਔਰ ਅੱਜ ਦੀ ਘੜੀ ਜੇ ਆਪਾਂ ਦੇਖੀਏ ਤਾਂ ਥਾਂ ਥਾਂ ਧਰਨੇ ਲੱਗੇ ਹੋਏ ਨੇ, ਬਹੁਤ ਵੱਡੇ ਪੱਧਰ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਵਿਰੋਧ ਚੱਲ ਰਿਹਾ। ਤੇ ਕਿਤੇ ਨਾ ਕਿਤੇ ਮੈਨੂੰ ਉਹਨਾਂ ਦੀ ਗੱਲ ਦੇਖ ਕੇ ਮੇਰੇ ਦਿਲ ਨੂੰ ਆਉਂਦਾ, ਯਾਰ ਇਹ ਗੱਲ ਤਾਂ ਸਹੀ ਕਹਿ ਰਹੇ ਨੇ, ਕਿਸਾਨ ਮਰ ਤਾਂ ਰਿਹਾ, ਲੇਕਿਨ ਮਰ ਰਹੇ ਕਿਸਾਨ ਦੇ ਕੋਲੇ ਆ ਕੇ ਜਿੰਨੇ ਵੀ ਇਸ ਅੱਗ ਦੇ ਵਿੱਚ ਰੋਟੀਆਂ ਸੇਕ ਰਹੇ ਨੇ, ਉਹ ਇਹਦਾ ਹੱਲ ਕੋਈ ਨਹੀਂ ਦੱਸ ਰਿਹਾ। ਇਹਦਾ ਹੱਲ ਕੀ ਹੈ? ਤੁਹਾਨੂੰ ਕੀ ਲੱਗਦਾ ਹੈ ਹੱਲ ਕਿਸ ਤਰ੍ਹਾਂ ਨਿਕਲੇਗਾ? ਮੈਨੂੰ ਲੱਗਦਾ ਕਿ ਜੀ ਸਭ ਤੋਂ ਪਹਿਲਾਂ, ਜੇ ਆਪਾਂ ਜਿਵੇਂ ਮੈਂ ਪਹਿਲਾਂ ਗੱਲ ਤੁਹਾਨੂੰ ਕਰਕੇ ਹਟਿਆ, ਜੇ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ ਨਾ, ਕੁਦਰਤ ਤੁਹਾਨੂੰ 10 ਗੁਣਾ ਵੱਧ, ਜਿਵੇਂ ਤੁਸੀਂ ਕਿਹਾ 10 ਗੁਣਾ ਵੱਧ ਦਿੰਦੀ ਹੈ। ਜੇ ਤੁਸੀਂ ਖੇਤਾਂ ਨੂੰ ਪਿਆਰ ਕਰਦੇ ਹੋ, ਜੇ ਤੁਸੀਂ ਆਪਦੀ ਮਿੱਟੀ ਨੂੰ ਪਿਆਰ ਕਰਦੇ ਹੋ, ਤੁਸੀਂ ਉਹਦਾ ਘਾਣ ਨਹੀਂ ਕਰਦੇ, ਤੁਸੀਂ ਉਹਨੂੰ ਅੱਗੇ ਲੈ ਕੇ ਜਾਣ ਦੀ, ਮਤਲਬ ਤੁਸੀਂ ਉਹਦਾ ਜਿੰਨਾ ਘਾਣ ਕਰ ਰਹੇ ਹੋ, ਕੈਮੀਕਲ ਪਾ ਰਹੇ ਹੋ, ਅਤਿਆਚਾਰ ਕਰ ਰਹੇ ਹੋ, ਅੱਗ ਲਾ ਰਹੇ ਹੋ, ਪਡਲਿੰਗ ਕਰ ਰਹੇ ਹੋ, ਉਹ ਇੱਕ ਹਿਸਾਬ ਦਾ ਰੇਪ ਕਰਨਾ, ਧਰਤੀ ਮਾਂ ਦਾ ਰੇਪ ਕਰਨ ਵਾਲੀ ਗੱਲ ਆ ਪਡਲਿੰਗ ਕਰਨਾ। ਜਦੋਂ ਤੁਸੀਂ ਇੰਨਾ ਪਾਪ ਕਰ ਰਹੇ ਹੋ, ਕਿਤੇ ਨਾ ਕਿਤੇ ਸਜ਼ਾ ਵੀ ਮਿਲਣੀ ਹੈ। ਸੋ ਮੈਨੂੰ ਲੱਗਦਾ ਕਿ ਜ਼ਿਮੀਂਦਾਰਾਂ ਦੀ, ਦੇਖੋ ਇੱਕ ਗੱਲ ਆ, ਕਿੰਨੀਆਂ ਸਰਕਾਰਾਂ ਆਈਆਂ, ਕਿੰਨੀਆਂ ਗਈਆਂ। ਜੇ ਅੱਜ ਵੇਲਾ ਯਾਦ ਕਰੀਏ 1929 ਦਾ, ਜਦੋਂ ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਸਿੱਟੇ ਸੀ, ਉਹ ਕਿਸ ਗੱਲ ਕਰਕੇ ਸਿੱਟੇ ਸੀ? ਲੋਕੀ ਮੋਬਾਈਲਾਂ 'ਚ ਵਾਲਪੇਪਰ ਵੀ ਲਾ ਲੈਂਦੇ ਆ, ਫੇਸਬੁੱਕ ਤੇ ਸਟੋਰੀ ਵੀ ਪਾ ਦਿੰਦੇ ਆ, ਭਗਤ ਸਿੰਘ ਦਾ ਦਿਨ ਆ ਗਿਆ। ਕਿਸੇ ਨੇ ਸੋਚਿਆ ਨੇ ਭਗਤ ਸਿੰਘ ਨੇ ਜਿਹੜੇ ਬੰਬ ਸਿੱਟੇ ਸੀ ਉਹ ਟ੍ਰੇਡ ਬਿੱਲ ਤੇ ਪਬਲਿਕ ਸੇਫਟੀ ਬਿੱਲ ਦੇ ਵਿਰੋਧ 'ਚ ਸਿੱਟੇ ਸੀ। ਔਰ ਉਹ ਬਿੱਲਾਂ ਦਾ ਮਕਸਦ ਕੀ ਸੀ? ਉਹ ਬਿੱਲ ਉਸ ਵੇਲੇ ਜ਼ਿਮੀਂਦਾਰਾਂ ਨੂੰ ਲੁੱਟ ਰਹੇ ਸੀ। ਜ਼ਿਮੀਂਦਾਰ ਭਰਾ ਜਿਹੜੇ ਅੱਜ ਸੜਕਾਂ ਤੇ ਇਕੱਠੇ ਹੁੰਦੇ ਨੇ, ਜਿਹੜੇ ਰੌਲਾ ਪਾ ਰਹੇ ਨੇ, ਜੇ ਕਿਤੇ ਇਹ ਸਾਰੇ ਜ਼ਿਮੀਂਦਾਰ ਆਪਦੇ ਘਰਾਂ 'ਚ ਆਪਦੀ ਜੀਰੀ ਸਟੋਰ ਕਰ ਲੈਣ, ਕੀ ਤਾਕਤ ਆ ਸਰਕਾਰ ਦੀ ਵੀ ਸਰਕਾਰ ਇਹਨਾਂ ਤੋਂ ਉੱਤੇ ਦੀ ਹੋ ਜੇ। ਦੇਖੋ ਏਕੇ ਬਿਨ ਇਨਕਲਾਬ ਕਦੇ ਨਹੀਂ ਆਉਂਦਾ। ਜੇ ਜ਼ਿਮੀਂਦਾਰ ਏਕਾਂ ਕਰ ਲੈਣ ਤਾਂ ਕਿੱਥੇ ਜਾਊਗੀ ਗੱਲ? ਉਸ ਵੇਲੇ ਕੀ ਸੀ, ਉਹਨਾਂ ਨੇ ਏਕੇ ਨੂੰ ਤੋੜਨ ਲਈ ਟ੍ਰੇਡ ਬਿੱਲ ਲਿਆਂਦਾ, ਪਬਲਿਕ ਸੇਫਟੀ ਬਿੱਲ ਲਿਆਂਦਾ। ਉਹਨਾਂ ਨੇ ਉਸ ਬਿੱਲ ਦੇ ਵਿੱਚ ਕੀ ਸੀ ਕਿ ਜ਼ਿਮੀਂਦਾਰ ਨੇ ਜਿਹੜੇ ਉਹ ਇੰਨੇ ਤੋਂ ਵੱਧ ਲੈਂਡ ਹੋਲਡਿੰਗ ਨਹੀਂ ਰੱਖ ਸਕਦੇ, ਤੇ ਸੌਰੀ ਜਿਹੜਾ ਤੁਹਾਡਾ ਪ੍ਰੋਡਿਊਸ ਆ, ਤੁਸੀਂ ਪ੍ਰੋਡਿਊਸ ਨੂੰ ਸਟਾਕ ਨਹੀਂ ਕਰ ਸਕਦੇ। ਤੁਹਾਡਾ ਖੇਤਾਂ ਦਾ ਪ੍ਰੋਡਿਊਸ ਆ, ਤੁਹਾਨੂੰ ਸਰਕਾਰ ਨੂੰ ਵੇਚਣਾ ਪੈਣਾ। ਉਸ ਵੇਲੇ ਅੰਨ ਦੀ ਲੋੜ ਸੀ। ਉਸ ਵੇਲੇ ਜ਼ਿਮੀਂਦਾਰ ਤੋਂ ਧੱਕੇ ਨਾਲ ਇਹੋ ਜਿਹੇ ਕਾਨੂੰਨ ਕਰਕੇ ਉਸ ਬਿੱਲ ਦੇ ਵਿਰੋਧ 'ਚ ਉਹਨਾਂ ਨੇ ਬੰਬ ਸਿੱਟਿਆ ਸੀ। ਉਦੋਂ ਬਾਅਦ ਉਹਨਾਂ ਦੇ ਵਿਚਾਰਾਂ ਨੂੰ ਆਪਾਂ ਸਾਂਭ ਨਹੀਂ ਸਕੇ ਵੀ ਉਹ ਬੰਦਾ ਕਿੱਥੇ ਗੱਲ ਕਰ ਰਿਹਾ ਸੀ। ਉਸ ਬੰਦੇ ਨੇ ਵੀ ਉਸ ਵੇਲੇ ਇਹੀ ਗੱਲ ਕਹੀ ਸੀ ਕਿ ਇਨਕਲਾਬੀ ਲਈ ਆਪਾਂ ਥਾਂ ਛੋਟੇ ਛੋਟੇ ਬੰਟੇ ਹੋਏ ਆ, ਆਪਾਂ ਇਨਕਲਾਬੀ ਲਈ ਜ਼ੋਰ ਤਾਂ ਸਾਰਾ ਹਿੰਦੁਸਤਾਨ ਲਾ ਰਿਹਾ, ਲੇਕਿਨ ਅਲੱਗ-ਅਲੱਗ ਯੂਨਿਟੀ ਨਹੀਂ ਹੈ। ਵੀ ਯੂਨਿਟੀ ਆ ਜੇ ਤਾਂ ਆਪਾਂ ਇਨਕਲਾਬ ਮਿੰਟਾਂ 'ਚ ਲਿਆ ਸਕਦੇ ਹਾਂ। ਕੋਈ ਬੜੀ ਮਿਹਨਤ ਬਹੁਤ ਸੀ ਉਹਨਾਂ ਦੀ, ਲੇਕਿਨ ਏਕੇ ਨਾਲ ਜਿਹੜਾ ਇਨਕਲਾਬ ਆਉਣਾ ਉਹ ਬਹੁਤ ਛੇਤੀ ਆ ਜਾਣਾ। ਜੇ ਆਪਾਂ ਅੱਡ-ਵੱਡ ਜ਼ੋਰ ਲਾ ਰਹੇ ਹਾਂ ਤਾਂ ਉਹ ਨਹੀਂ ਆ ਸਕਦੀ ਉਹ ਚੀਜ਼। ਉਹੀ ਸੇਮ ਚੀਜ਼ ਹੋਣਾ। ਉਹ ਟ੍ਰੇਡ ਬਿੱਲ ਜਿਹੜੇ ਉਦੋਂ ਦੇ ਸੀਗੇ, ਉਹਨਾਂ ਨੂੰ ਥੋੜਾ ਬਹੁਤ ਸੋਧ ਕੇ ਅੱਜ ਤੱਕ ਉਵੇਂ ਵਰਤਿਆ ਜਾ ਰਿਹਾ ਸੀ। ਸਰਕਾਰ ਜ਼ਿਮੀਂਦਾਰਾਂ ਤੋਂ ਖਰੀਦਦੀ ਸੀ, ਇੰਨੇ ਸਾਲ ਲੰਘ ਗਏ। ਅੱਜ ਜੇ ਆਪਾਂ 1929 ਦੀ ਗੱਲ ਕਰ ਰਹੇ ਹਾਂ, ਬ੍ਰਿਟਿਸ਼ ਰੂਲ, ਮੈਂ ਕਹੂੰਗਾ ਕਿਤੇ ਨਾ ਕਿਤੇ ਜੇ ਅੱਜ ਵਾਲੀ ਲੁੱਟ ਦੇਖਦੇ ਹਾਂ ਤਾਂ ਐਂ ਲੱਗਦਾ ਵੀ ਯਾਰ ਅੱਜ ਵਾਲੇ ਤਾਂ ਇਕੱਲੇ ਲੁੱਟੀ ਹੋ ਜਾਂਦੇ ਨੇ, ਵੀ ਉਹ ਚੱਲਦੇ ਲੁੱਟਦੇ ਸੀ, ਉਹ ਆਪਾਂ ਨੂੰ ਰੇਲਾਂ ਉਹੀ ਦੇ ਗਏ। ਆਪਣੇ ਵਾਲਿਆਂ ਤੋਂ ਅੱਜ ਤੱਕ ਕਿਸੇ ਪਹਾੜਾਂ 'ਚ ਰੇਲ ਨਹੀਂ ਚੜੀ, ਉਹ ਸ਼ਿਮਲੇ ਚੜਾ ਗਏ ਸੀ, ਉਹਨਾਂ ਦੀ ਉਹ ਚੜਾਈ ਹੋਈ ਆ। ਜਿਹੜੀ ਇੱਕੋ ਚੜਾ ਗਏ ਸੀ ਉਹੀ ਚੱਲਦੀ ਆ, ਹੋਰ ਨਹੀਂ ਚੜੀ ਆਪਣੇ ਤੋਂ। ਜਿੰਨਾ ਕੁਝ ਆਪਣੇ ਮੁਲਕ ਨੂੰ ਉਹ ਦੇ ਗਏ ਨੇ, ਜ਼ਰੂਰ ਆ ਉਹਨਾਂ ਨੇ ਲੁੱਟਿਆ ਵੀ ਆਪਾਂ ਨੂੰ, ਲੇਕਿਨ ਉਹ ਤਰੱਕੀ ਦੇ ਗਏ। ਉਹ ਜਿਵੇਂ ਭਗਤ ਸਿੰਘ ਕਹਿੰਦਾ ਸੀ ਵੀ ਗੋਰੇ ਜਾਣਗੇ ਭੂਰੇ ਆਉਣਗੇ, ਗੱਲ ਸੱਚੀ ਭਗਤ ਸਿੰਘ ਕਹਿ ਗਿਆ, ਉਹੀ ਹਾਲ ਹੋਇਆ। ਉਹਨਾਂ ਨੇ ਆ ਕੇ ਲੁੱਟਿਆ, ਫਿਰ ਜਿਹੜੇ ਭੂਰੇ ਆ ਗਏ ਉਹਨਾਂ ਨੇ ਕਿੱਥੇ ਜ਼ਿਮੀਂਦਾਰਾਂ ਦੇ ਹੱਕ ਦੇਖਣੇ ਸੀ, ਕਿੱਥੇ ਉਹਨਾਂ ਨੇ ਇਹ ਚੀਜ਼ਾਂ ਦੇਖਣੀਆਂ ਸੀ। ਜੋ ਲੁੱਟ ਸੀ ਉਵੇਂ ਚੱਲਦੀ ਰਹੀ। ਇਹ ਲੁੱਟ ਨੂੰ ਭੰਨਣ ਦਾ ਹੱਲ ਕਿਸੇ ਨੇ ਨਹੀਂ ਦੇਖਿਆ। ਇਸ ਚੀਜ਼ ਦਾ ਸੋਚ ਨੂੰ ਇਹਨੂੰ ਕਿਸੇ ਨੇ ਨਹੀਂ ਦੇਖਿਆ ਵੀ ਯਾਰ ਇਹ ਟ੍ਰੇਡ ਬਿੱਲ ਦਾ ਜਿਹੜਾ ਵਿਰੋਧ ਕਰ ਰਹੇ ਸੀ, ਉਹ ਬੰਦੇ ਦੇ ਦਿਮਾਗ 'ਚ, ਭਗਤ ਸਿੰਘ ਦੇ ਦਿਮਾਗ 'ਚ ਕੀ ਸੀ ਵੀ ਜੇ ਟ੍ਰੇਡ ਬਿੱਲ ਨਾ ਹੋਵੇ ਕੀ ਹੋਣਾ ਚਾਹੀਦਾ। ਉਹਦੇ ਦਿਮਾਗ 'ਚ ਕਿਤੇ ਨਾ ਕਿਤੇ ਸੀਗਾ ਵੀ ਯਾਰ ਜ਼ਿਮੀਂਦਾਰ ਨੂੰ ਉਹਦਾ ਜਿਹੜਾ ਮੁੱਲ ਆ, ਜ਼ਿਮੀਂਦਾਰ ਦੱਸੇ ਵੀ ਮੈਂ ਫਸਲ ਆਪਣੀ ਇੰਨੇ ਦੀ ਵੇਚਣੀ ਆ, ਕਿਸੇ ਤੀਜੇ ਬੰਦੇ ਦੀ ਕੀ, ਕੋਈ ਤੀਜਾ ਬੰਦਾ ਆਉਂਦਾ। ਅਸੀਂ 6 ਮਹੀਨੇ ਧੀਆਂ ਪੁੱਤਾਂ ਵਾਂਗੂ ਫਸਲ ਪਾਲਦੇ ਹਾਂ, ਮੰਡੀ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਫਸਲ ਸਿੱਟੇ ਆਏ ਕਿਉਂ ਕਹਿੰਦੇ ਆ? ਕਿਉਂਕਿ ਸਾਨੂੰ ਮੁੱਲ ਹੀ ਉਹ ਮਿਲਦਾ। ਵੀ ਅਸੀਂ ਵੇਚਣ ਆਇਆ ਤਾਂ ਕਹਿ ਹੀ ਨਹੀਂ ਸਕਦੇ ਨਾ। ਵੇਚਣ ਤਾਂ ਅਸੀਂ ਦੁਕਾਨ ਤੇ ਜਾਂਦੇ ਹਾਂ, ਕਿਤੇ ਕੱਪੜੇ ਵਾਲੇ ਸਟੋਰ ਤੇ ਜਾਂਦੇ ਹਾਂ, ਅਗਲਾ ਕਹਿੰਦਾ ਵੀ ਆ 2000 ਦੀ ਜੀਨ ਦੇਣੀ ਆ, ਉਹ ਵੇਚ ਰਿਹਾ। ਅਸੀਂ ਤਾਂ ਵੇਚ ਹੀ ਨਹੀਂ ਰਹੇ। ਅਸੀਂ ਤਾਂ ਦੋਹੇ ਹੱਥੀਂ ਉਹਨਾਂ ਨੂੰ ਐ ਜਾਂਦੇ ਹਾਂ, ਉਹਨਾਂ ਦੇ ਪੈਰਾਂ 'ਚ ਪੈਂਦੇ ਵੀ ਆ ਜੀ ਸਾਡੀ ਫਸਲ ਲੈ ਲਓ ਜੀ। ਉੱਥੇ ਵੀ ਫਿਰ ਇੰਸਪੈਕਟਰ ਆਉਂਦਾ, ਉਹ ਕਹਿੰਦਾ ਜੀ ਤੁਹਾਡੀ ਇਹ ਹਜੇ 'ਚ ਨਵੀਂ ਵੱਧ ਆ, ਇਹਨੂੰ ਫੋਲ ਕੇ ਰੱਖ ਦਿਓ। ਤੇ ਅਸੀਂ ਬੈਠੇ ਹੁੰਦੇ ਹਾਂ ਉੱਥੇ, ਕਿਸੇ ਨੇ ਸੋਚਿਆ ਹੀ ਨਹੀਂ ਅੱਜ ਤੱਕ।